परम सन्मानयोग गुरु प्यारिओ, वाहिगुरू जी का खालसा, वाहिगुरू जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ ਪੈਨਲ ਮੈਂਬਰ ਵੱਲੋਂ। ਅੱਜ ਅਸੀਂ ਸੈਸ਼ਨ ਦੀ ਸ਼ੁਰੂਆਤ ਕਰ ਰਹੇ ਹਾਂ। ਵੀ ਰਾਜਾ ਸਿੰਘ ਜੀ ਨੂੰ ਬੇਨਤੀ ਹੈ, ਕਿਰਪਾ ਕਰੋ ਜੀ, ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਸੰਗਤ ਜੀ, ਥੋੜਾ ਸ਼ੁਰੂ ਕਰਨ ਚ ਕੋਈ ਟੈਕਨੀਕਲ ਵਜ੍ਹਾ ਕਰਕੇ ਸਾਨੂੰ 5-7 ਮਿੰਟ ਲੇਟ ਹੋ ਗਏ, ਉਹਦੇ ਲਈ ਖਿਮਾ ਮੰਗਦਾ। ਤੋ ਆਓ ਸਭ ਤੋਂ ਪਹਿਲਾਂ ਪੈਨਲ ਮੈਂਬਰ ਆਪ ਜੀ ਨਾਲ ਫਤਿਹ ਸਾਂਝੀ ਕਰਨਗੇ ਜੀ। ਸਰਦਾਰ ਕਿੱਕਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਸਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਡਾਕਟਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਾਇੰਦਰਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਸੰਗਤ ਜੀ, ਹਰਜੀਤ ਸਿੰਘ ਜੀ ਵੀ ਆਪ ਵਿੱਚ ਸ਼ਾਮਲ ਹਨ। ਤੋ ਆਓ ਆਪਾਂ ਸਵਾਲਾਂ ਜਵਾਬਾਂ ਵੱਲ ਚੱਲਦੇ ਹਾਂ, ਕਿਉਂਕਿ ਸਮਾਂ ਥੋੜਾ ਅੱਜ ਲੇਟ ਹੋਇਆ, ਮੈਂ ਪਹਿਲੇ ਬੇਨਤੀ ਕਰ ਚੁੱਕਾ। ਤੋ ਸਭ ਤੋਂ ਪਹਿਲਾ ਸਵਾਲ ਸੰਗਤ ਜੀ, ਪਿਛਲੀ ਵਾਰੀ ਜਿਹੜਾ ਰਹਿ ਗਿਆ ਸੀ, ਸਾਡੇ ਕੋਲ ਸਮਾਂ ਨਹੀਂ ਸੀ, ਉਹ ਸਭ ਤੋਂ ਪਹਿਲੇ ਲੈ ਰਹੇ ਹਾਂ। ਔਰ ਉਹ ਸਵਾਲ ਹੈ ਸਾਇੰਦਰਬੀਰ ਸਿੰਘ ਜੀ ਲਈ। ਤੇ ਸਵਾਲ ਕਰਤਾ ਪੁੱਛ ਰਹੇ ਨੇ ਵੀ ਗੁਰੂ ਘਰ ਦੀ ਨਿਸ਼ਾਨੀ ਨਿਸ਼ਾਨ ਸਾਹਿਬ, ਨਿਸ਼ਾਨ ਸਾਹਿਬ ਨੂੰ ਚਲਾਉਣ ਤੇ ਬਸਤਰ ਪਹਿਨਾਉਣ ਦੀ ਜਿਹੜੀ ਰੀਤ ਹੈ, ਇਹ ਕਿਸ ਸਮੇਂ ਤੋਂ ਪ੍ਰਚਲਿਤ ਹੋਈ? ਹਾਂਜੀ ਵੀਰ ਜੀ, ਆਪ ਜੀ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਵੀ ਰਾਜਾ ਸਿੰਘ ਜੀ ਨੇ ਆਪ ਜੀ ਦੇ ਸਾਹਮਣੇ ਪੜ੍ਹ ਕੇ ਰੱਖ ਲਿਆ ਹੈ। ਨਿਸ਼ਾਨ ਫਾਰਸੀ ਦਾ ਸ਼ਬਦ ਹੈ ਜੀ, ਜਿਸ ਦਾ ਅਰਥ ਹੈ ਝੰਡਾ, ਚਿੰਨ੍ਹ ਜਾਂ ਤਵੱਜ। ਖਾਲਸੇ ਦੇ ਨਿਸ਼ਾਨ ਦੇ ਸਿਰ ਉੱਤੇ ਸਰਬਲੋ ਦਾ ਭਾਲਾ ਜਾਂ ਖੰਡਾ ਹੁੰਦਾ ਹੈ। ਨਿਸ਼ਾਨ ਸਾਹਿਬ ਦੀ ਜਿੱਥੇ ਤੱਕ ਮਰਿਆਦਾ ਹੈ, ਤੇ ਸਿੱਖ ਰਹਿਤ ਮਰਿਆਦਾ ਅੰਦਰ ਗੁਰਦੁਆਰੇ ਸਿਰਲੇਖ ਹੇਠ ਡੱਡੇ ਪਹਿਰੇ ਵਿੱਚ ਇਸ ਸੰਬੰਧੀ ਲਿਖਿਆ ਹੈ। ਹਰ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਹਰੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ। ਇਸ ਨਿਸ਼ਾਨ ਸਾਹਿਬ ਨੂੰ ਸਤਿਕਾਰ ਨਾਲ ਝੰਡਾ ਸਾਹਿਬ ਅਰਥਾਤ ਗੁਰਦੁਆਰੇ ਦਾ ਨਿਸ਼ਾਨ ਸਾਹਿਬ, ਅਕਾਲੀ ਧੁਜਾ, ਸਤਿਗੁਰੂ ਦਾ ਨਿਸ਼ਾਨ ਵੀ ਕਿਹਾ ਜਾਂਦਾ ਹੈ। ਗੁਰੂ ਘਰਾਂ ਵਿੱਚ ਪ੍ਰਚਲਿਤ ਸ਼ੋਭਨੀ ਕਾਰਜਾਂ, ਖਾਲਸੇ ਦੀ ਚੜ੍ਹਤ, ਰਾਜਗੱਦੀ, ਸੰਗਤਾਂ ਦੀ ਕਾਇਮੀ, ਨਿਸ਼ਾਨਾਂ ਨੂੰ ਬੜੀ ਖੂਬਸੂਰਤ ਲਿਖਤ ਦੇ ਨਾਲ ਸ਼ਿੰਗਾਰਦੇ ਹੋਏ ਗੁਰਦੁਆਰਾ ਸਾਹਿਬਾਨ ਦੇ ਝੂਲਦੇ ਨਿਸ਼ਾਨਾਂ ਦਾ ਜ਼ਿਕਰ ਕਵੀ ਨਿਹਾਲ ਸਿੰਘ ਜੀ ਨੇ ਆਪਣੀ ਰਚਨਾ ਦੇ ਵਿੱਚ ਕੀਤਾ ਹੈ। ਵਾਹਨ ਸ਼ਿੰਗਾਰੇ ਰਹੇ, ਬਾਜਤੇ ਨਗਾਰੇ ਰਹੇ, ਦੁਰਜਨ ਡਰਾਰੇ ਰਹੇ, ਭਾਗੇ ਭੀਮ ਰਾਹ ਕੇ ਸੰਗਤੇ ਆਬਾਦ ਰਹੇ, ਆਵਤੇ ਪ੍ਰਸਾਦ ਰਹੇ, ਲਾਖੋਂ ਅਹਿਲਾਦ ਰਹੇ, ਦੇਖੀਏ ਉਮਾ ਕੇ ਗद्दियां अटल रहे, चौकियां अचल रहे, बुंगे चला चल रहे, पूरे उत्साह के लागते दीवान रहे, गावते सुजान रहे, झूलते निशान रहे, पंथ महाराज गुरु पातशाह के। सो सिख इतिहास दे विच बेशक कोई प्रॉपर डेट ਜਾਂ ਪ੍ਰੋਪਰ ਸਮਤ ਸਾਨੂੰ ਨਹੀਂ ਮਿਲਦੀ ਜਦੋਂ ਨਿਸ਼ਾਨ ਸਾਹਿਬ ਝੁਲਾਉਣ ਦੀ ਆਰੰਭਤਾ ਹੋਈ ਹੈ। ਪਰ ਪ੍ਰਮੁੱਖ ਜਿਹੜੇ ਸਰੋਤ ਨੇ, ਜਾਂ ਇਹ ਕਹਿ ਸਕਦੇ ਹਾਂ ਕਿ ਮੈਜੋਰਟੀ ਦੇ ਵਿੱਚ ਜਿਹੜੇ ਇਤਿਹਾਸਕਾਰ ਨੇ ਇਸ ਗੱਲ ਨਾਲ ਸਹਿਮਤ ਹਨ ਕਿ ਗੁਰੂ
ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਹੀ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਸਿੱਖ ਫਲਸਫੇ ਦਾ, ਸਿੱਖ ਇਤਿਹਾਸ ਦਾ, ਸਿੱਖ ਸਿਧਾਂਤਾਂ ਦਾ ਜਿਹੜਾ ਹਿੱਸਾ ਬਣਿਆ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਜੀ ਦੀ ਉਸਾਰੀ ਕਰਨ ਤੋਂ ਬਾਅਦ ਉੱਥੇ ਨਿਸ਼ਾਨ ਸਾਹਿਬ ਚਲਾਏ ਸਨ। ਅਤੇ ਇਸ ਤਰ੍ਹਾਂ ਪਹਿਲੇ 5 ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਨਿਸ਼ਾਨ ਸਾਹਿਬ ਜਿਹੜਾ ਉਹ ਨਹੀਂ ਹੁੰਦਾ ਸੀ। ਹੁਣ ਇੱਥੇ ਥੋੜਾ ਵਿਚਾਰਨਾ ਹੈ ਕਿ ਸਿੱਖ ਨਿਸ਼ਾਨ ਸਾਹਿਬ ਕੇਵਲ ਸਿੱਖ ਵਾਸਤੇ ਜਾਂ ਸਿੱਖੀ ਦੀ ਇੱਕ ਪਹਿਚਾਣ ਦੇ ਤੌਰ ਦਾ ਹੀ ਪ੍ਰਤੀਕ ਨਹੀਂ ਕਿਹਾ ਜਾ ਸਕਦਾ, ਜਿਵੇਂ ਕਿ ਪ੍ਰਚਲਿਤ ਨਿਸ਼ਾਨ ਜਾਂ ਝੰਡੇ ਵੱਖੋ ਵੱਖ ਰਾਜਾਂ, ਦੇਸ਼ਾਂ ਆਦਿ ਲਈ ਹੁੰਦੇ ਹਨ। ਖਾਲਸਾਈ ਨਿਸ਼ਾਨ ਸਾਹਿਬ ਤੇ ਹੋਰ ਕੌਮਾਂ ਦੇ ਝੰਡਿਆਂ ਵਿੱਚ ਬੁਨਿਆਦੀ ਫਰਕ ਹੈ ਅਤੇ ਇਹ ਨਿਸ਼ਾਨ ਸਾਹਿਬ ਜਿਸ ਸ਼ਕਤੀ ਦਾ ਪ੍ਰਤੀਕ ਹੈ ਉਸ ਨੂੰ ਕੇਵਲ ਦੀਨਾਂ ਦੁਖਿਆਰਿਆਂ ਦੀ ਰੱਖਿਆ ਤੇ ਪ੍ਰਤਿਪਾਲਤਾ ਲਈ ਵਰਤੇ ਜਾਣ ਦੀ ਆਗਿਆ ਦਿੰਦਾ ਹੈ। ਸੰਸਾਰ ਦੇ ਹੋਰ ਕਿਸੇ ਝੰਡੇ ਨਾਲ ਅਜਿਹੀ ਸੁੰਦਰ ਤੇ ਪਰਉਪਕਾਰੀ ਵਿਚਾਰਧਾਰਾ ਸੰਬੰਧਿਤ ਨਹੀਂ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਜਾਂ ਗੁਰੂ ਕੇ ਲੰਗਰ ਸਥਾਨ ਅਥਵਾ ਸਿੱਖ ਜਗਤ ਦੇ ਦੀਵਾਨ ਸਥਾਨ ਦੀ ਸ਼ੋਭਾ ਹੈ। ਇਹ ਨਿਸ਼ਾਨ ਸੰਸਾਰ ਦੇ ਹਰ ਇੱਕ ਮੁਲਕ ਵਿੱਚ ਲਹਿਰਾਇਆ ਜਾ ਸਕਦਾ ਹੈ। ਸਿੱਖ ਇਤਿਹਾਸ ਵਿੱਚ ਨਿਸ਼ਾਨ ਸਾਹਿਬ ਜੰਗਾਂ, ਯੁੱਧਾਂ ਜਾਂ ਪਰਉਪਕਾਰੀ ਕਾਰਜਾਂ ਵਿੱਚ ਮੂਹਰੇ ਭਾਵ ਸਾਹਮਣੇ ਰੱਖਿਆ ਜਾਂਦਾ ਰਿਹਾ ਹੈ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਤੋਂ ਤੋਰਿਆ ਸੀ ਤੇ ਉਹਨਾਂ ਦੇ ਨਾਲ ਸ਼ਸਤਰਧਾਰੀ ਸਿੰਘਾਂ ਦੇ ਨਾਲ ਆਪਣੇ 5 ਤੀਰ ਤੇ ਇੱਕ ਨਿਸ਼ਾਨ ਸਾਹਿਬ ਅਤੇ ਨਗਾਰਾ ਵੀ ਬਖਸ਼ਿਆ ਸੀ। ਅੱਜ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇਹ ਗੱਲ ਆਮ ਪ੍ਰਚਾਰੀ ਜਾਂਦੀ ਹੈ ਕਿ ਕਿਧਰੇ ਕੋਈ ਵੀ ਲੋੜਵੰਦ ਜੇ ਹੋਵੇ ਤਾਂ ਜੇ ਉਸ ਨੂੰ ਉਸ ਥਾਂ ਤੇ ਕਿਧਰੇ ਨਿਸ਼ਾਨ ਸਾਹਿਬ ਝੂਲਦਾ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਬਿਨਾਂ ਝਿਜਕ ਦੇ ਉਸ ਦਿਸ਼ਾ ਵੱਲ ਦੌੜ ਪੈਣਾ ਚਾਹੀਦਾ ਹੈ, ਕਿਉਂਕਿ ਉੱਥੇ ਉਸ ਦੀ ਹਰ ਲੋੜ ਜਿਹੜੀ ਹੈ ਉਹ ਪੂਰੀ ਹੋ ਸਕਦੀ ਹੈ। ਦੂਸਰਾ ਭਾਗ ਜਿਹੜਾ ਇਸ ਸਵਾਲ ਦਾ ਪੁੱਛਿਆ ਗਿਆ ਹੈ, ਸ਼ਸਤਰ ਇਹਦੇ ਵਸਤਰ ਚੇਂਜ ਕਰਨ ਦੇ ਬਾਰੇ ਵਿੱਚ, ਤੇ ਨਿਸ਼ਾਨ ਸਾਹਿਬ ਦੇ ਵਸਤਰ ਭਾਵ ਚੋਲਾ ਜਾਂ ਪੁਸ਼ਾਕਾਂ ਬਦਲਣ ਸੰਬੰਧੀ ਕਿਧਰੇ ਵੀ ਕੋਈ ਵਿਸ਼ੇਸ਼ ਹਿਦਾਇਤ ਜਿਹੜੀ ਹੈ ਉਹ ਸਾਨੂੰ ਕਿਸੇ ਮਰਿਆਦਾ ਜਾਂ ਇਤਿਹਾਸ ਦੇ ਵਿੱਚ ਨਹੀਂ ਮਿਲਦੀ। ਪਰੰਤੂ ਆਮ ਤੌਰ ਤੇ ਹਰ ਸਾਲ ਖਾਲਸਾ ਸਾਜਨਾ ਦਿਵਸ ਮਨਾਉਣ ਸਮੇਂ ਇਹ ਚੋਲਾ ਹਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਬਦਲਿਆ ਦੇਖਿਆ ਜਾਂਦਾ ਹੈ। ਕਈ ਗੁਰਦੁਆਰਾ ਸਾਹਿਬਾਨ ਵਿੱਚ ਸਾਲ ਵਿੱਚ ਇੱਕ ਤੋਂ ਵੱਧ ਵਾਰ ਵੀ ਚੋਲਾ ਜਿਹੜਾ ਹੈ ਉਹ ਬਦਲਿਆ ਜਾਂਦਾ ਹੈ, ਜਾਂ ਜੇ ਕੋਈ ਪ੍ਰੇਮੀ ਜਾਂ ਸ਼ਰਧਾਵਾਨ ਹੋਰ ਕਿਸੇ ਅਵਸਰ ਤੇ ਵੀ ਇਹ ਸੇਵਾ ਕਰੇ ਤਾਂ ਉਸ ਸਮੇਂ ਵੀ ਜਿਹੜੇ ਉੱਥੋਂ ਦੇ ਪ੍ਰਬੰਧਕ ਹਨ ਇਹ ਚੋਲਾ ਬਦਲਣ ਦੀ ਸੇਵਾ ਕਰਦੇ ਹਨ। ਖੈਰ, ਚੋਲਾ ਬਦਲਣ ਦੀ ਲੋੜ ਜਿਹੜੀ ਹੈ ਇਹ ਮਤਲਬ ਚੋਲਾ ਬਦਲਣ ਦੀ ਜਿਹੜੀ ਲੋੜ ਹੈ ਇਹ ਇੱਕ ਰੂਟੀਨ ਪ੍ਰੋਸੈਸ ਤੇ ਨਹੀਂ ਹੈ, ਪਰ ਲੋੜ ਅਨੁਸਾਰ ਹੋਣਾ ਜ਼ਰੂਰ ਚਾਹੀਦਾ ਹੈ। ਭਾਵ ਜੇਕਰ ਚੋਲਾ ਮੈਲਾ ਹੋ ਜਾਵੇ ਤੇ ਚੋਲਾ ਪੁਰਾਣਾ ਹੋ ਜਾਵੇ ਤਾਂ ਇਸ ਨੂੰ ਤੁਰੰਤ ਜਿਹੜਾ ਹੈ ਉਹ ਬਦਲ ਦੇਣਾ ਚਾਹੀਦਾ ਹੈ। ਤੇ ਇਤਨਾ ਹੀ ਜਿਹੜਾ ਹੈ ਇਸ ਚੋਲਾ ਬਦਲਣ ਦੇ ਬਾਰੇ ਵਿੱਚ ਜੋ ਇਤਿਹਾਸਕ ਸਾਡੇ ਕੋਲ ਜਾਂ ਮਤਲਬ ਗੱਲਾਂ ਜਿਹੜੀਆਂ ਅਸੀਂ ਸਿਧਾਂਤਕ ਤੌਰ ਤੇ ਕਹਿ ਸਕਦੇ ਹਾਂ ਸਹੀ ਹਨ ਕਿ ਚੋਲੇ ਦਾ ਬਦਲਾਵ ਜਿਹੜਾ ਹੈ ਉਹ ਲੋੜ ਮੁਤਾਬਕ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਸਮੇਂ ਦੀ ਬੰਦਿਸ਼ ਦੇ ਨਾਲ ਉਸ ਨੂੰ ਜੋੜਿਆ ਜਾਣਾ ਚਾਹੀਦਾ ਹੈ। ਸੋ ਆਸ ਹੈ ਸਵਾਲ ਕਰਤਾ ਨੇ ਜਿਹੜੇ 2 ਪਾਰਟਾਂ ਵਿੱਚ ਸਵਾਲ ਪੁੱਛਿਆ ਸੀ ਔਰ ਉਹਨਾਂ ਦੀ ਸੰਤੁਸ਼ਟੀ ਜ਼ਰੂਰ ਹੋਈ ਹੋਵੇਗੀ। ਫਿਰ ਵੀ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਧੰਨਵਾਦ ਵੀਰ ਇੰਦਰਬੀਰ ਸਿੰਘ ਜੀ। ਤੋ ਸੰਗਤ ਜੀ, ਵੀਰ ਜੀ ਨੇ ਜੋ ਸਵਾਲ ਸੀਗਾ ਉਹਦਾ ਬਖੂਬੀ ਉੱਤਰ ਦਿੱਤਾ ਹੈ। ਤੋ ਲੋੜ ਤੇ ਹੈ ਅਸੀਂ ਇਹ ਦੇਖੀਏ ਕਿ ਸਾਰੀ ਕੌਮ, ਇਹ ਸਾਨੂੰ ਹਰੇਕ ਦਾ ਫਰਜ਼ ਬਣਦਾ ਕਿ ਅੱਜ ਸਾਡੀ ਕੌਮ ਖੇਰੂ ਖਰੂ ਹੋਈ ਪਈ ਹੈ, ਇੱਕ ਨਿਸ਼ਾਨ ਤੇ ਇੱਕ ਵਿਧਾਨ ਦੇ ਥੱਲੇ ਆਈਏ। ਜਿੰਨਾ ਚਿਰ ਆਪਾਂ ਇੱਕ ਨਿਸ਼ਾਨ ਤੇ ਇੱਕ ਵਿਧਾਨ ਦੇ ਥੱਲੇ ਨਹੀਂ ਆਵਾਂਗੇ ਸਾਡੀ ਬਿਹਤਰੀ ਨਹੀਂ ਹੋ ਸਕਦੀ। ਤੋ ਇਹ ਹਰੇਕ ਸਿੱਖ ਦੇ ਇੰਟਰਸਟ ਵਿੱਚ ਹੈ ਕਿ ਇਸ ਨਿਸ਼ਾਨ ਦੀ ਮਰਿਆਦਾ ਜਿਹੜੀ ਹੈ ਉਹ ਕਾਇਮ ਰੱਖੀ ਜਾਏ। ਉਹ ਤਾਂ ਹੀ ਕਾਇਮ ਰੱਖੀ ਜਾ ਸਕੇਗੀ ਜੇਕਰ ਅਸੀਂ ਗੁਰ ਅਸੂਲਾਂ ਤੇ ਪਹਿਲੇ ਆਪ ਚੱਲਾਂਗੇ ਤੇ ਉਹਦਾ ਪ੍ਰਚਾਰ ਕਰਾਂਗੇ। ਤੋ ਆਓ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਹੈ ਕਿ ਅਸੀਂ ਦੇਖਦੇ ਹਾਂ ਕਿ ਜਿਵੇਂ ਸਾਡੀ ਮਰਿਆਦਾ 'ਚ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਗੁਰੂ ਗ੍ਰੰਥ ਸਾਹਿਬ ਜੀ ਔਰ ਭਾਈ ਨੰਦ ਲਾਲ ਜੀ ਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦਾ ਹੀ ਕੀਰਤਨ ਹੋ ਸਕਦਾ। ਭਾਵੇਂ ਅੱਜ ਕੁਛ ਹੋਰ ਹੋ ਰਿਹਾ, ਮੈਂ ਉਧਰ ਨਹੀਂ ਜਾ ਰਿਹਾ, ਪਰ ਜੋ ਮਰਿਆਦਾ ਵਿੱਚ ਲਿਖਿਆ ਔਰ ਜੋ ਚਾਹੀਦਾ। ਪਰ ਉਹਦੇ ਵਿੱਚ ਇੱਕ ਭਾਈ ਗੁਰਦਾਸ ਜੀ ਹੋਰ ਆਉਂਦੇ ਨੇ ਜਿਹਨੂੰ ਕਿਤੇ ਕਿਤੇ ਭਾਈ ਗੁਰਦਾਸ ਜੀ ਦੂਜਾ ਕਿਹਾ ਜਾਂਦਾ, ਤੇ ਉਹ ਗੁਰਦਾਸ ਜੀ ਕਿਹੜੇ ਨੇ ਜਿਹੜੇ ਭਾਈ ਗੁਰਦਾਸ ਜੀ ਦੂਜੇ ਨੇ? ਇਹ ਸਾਨੂੰ ਸਵਾਲ ਕਰਤਾ ਨੇ ਪੁੱਛਿਆ ਤੇ ਉੱਤਰ ਦੇ ਰਹੇ ਨੇ ਭੈਣ ਮਨਿੰਦਰ ਕੌਰ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਕਿ ਵੀਰ ਜੀ ਨੇ ਸਵਾਲ ਦੱਸਿਆ ਹੈ ਕਿ ਭਾਈ ਗੁਰਦਾਸ ਜੀ ਦੂਜੇ ਦੇ ਬਾਰੇ ਜਾਣਕਾਰੀ ਚਾਹੀਏ। ਸੋ ਭਾਈ ਗੁਰਦਾਸ ਜੀ ਦਾ ਜਦੋਂ ਅਸੀਂ ਨਾਂ ਆਉਂਦਾ ਹੈ ਤੇ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਕਿ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਲਿਖਾਰੀ ਦੀ ਸੇਵਾ ਨਿਭਾਈ ਸੀ ਜਾਂ ਲਿਖਤ ਕੀਤੀ ਸੀ, ਉਹੀ ਭਾਈ ਗੁਰਦਾਸ ਜੀ ਚੇਤੇ ਆਉਂਦੇ ਹਨ। ਤੇ ਉਹਨਾਂ ਦੀ ਸੰਮਤ 1694 ਦੀ ਭਾਦੋਂ ਸੁਦੀ 8 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਹੀ ਉਹ ਚਲਾਣਾ ਕਰ ਗਏ ਸਨ। ਤੇ ਜਿਵੇਂ ਕਿ ਸਵਾਲਕਰਤਾ ਨੇ ਭਾਈ ਗੁਰਦਾਸ ਜੀ ਦੂਜੇ ਦੇ ਬਾਰੇ ਪੁੱਛਿਆ ਹੈ, ਸੋ ਇਹ ਪਹਿਲੇ ਭਾਈ ਗੁਰਦਾਸ ਜੀ ਤੋਂ ਵੱਖਰੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਜਾਂ ਉਹਨਾਂ ਤੋਂ ਬਾਅਦ ਹੋਏ ਦੱਸੇ ਜਾਂਦੇ ਹਨ। ਤੇ ਇਹਨਾਂ ਦੇ ਬਾਰੇ ਇਤਿਹਾਸ ਤੋਂ ਜਾਂ ਕਿਸੇ ਹੋਰ ਸੋਰਸ ਤੋਂ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਹੈ। ਇਹ ਸਿੱਖ ਧਰਮ ਦੇ ਪ੍ਰਚਾਰਕ ਪ੍ਰਵਰਤਕ ਭਾਈ ਗੁਰਦਾਸ ਜੀ ਤੋਂ ਵੱਖਰੇ ਪ੍ਰਤੀਤ ਹੁੰਦੇ ਹਨ ਅਤੇ ਕੋਈ ਇਹਨਾਂ ਨੂੰ ਗੁਰਦਾਸ ਸਿੰਘ ਵੀ ਕਹਿੰਦੇ ਹਨ। ਕੋਈ ਇਹਨਾਂ ਨੂੰ ਭਾਈ ਸੁੱਖਾ ਸਿੰਘ ਗ੍ਰੰਥੀ ਪਟਨਾ ਸਾਹਿਬ ਦੇ ਜੋ ਗ੍ਰੰਥੀ ਸਨ ਉਹਨਾਂ ਦਾ ਉਪਨਾਮ ਜਾਂ ਪੈਨ ਨੇਮ ਕਰਕੇ ਮੰਨਦੇ ਹਨ। ਕੋਈ ਇਸ ਤਰ੍ਹਾਂ ਦੇ ਸਬੂਤ ਨਹੀਂ ਮਿਲਦੇ ਜਿਸ ਨਾਲ ਸਾਬਤ ਕੀਤਾ ਜਾ ਸਕੇ ਕਿ ਭਾਈ ਗੁਰਦਾਸ ਜੀ ਦੂਜੇ ਹੋਏ ਹਨ। ਵਿਦਵਾਨਾਂ ਅਨੁਸਾਰ ਇਹਨਾਂ ਦੀਆਂ ਰਚਨਾਵਾਂ ਵੀ ਗੁਰੂ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ ਹਨ ਤੇ ਜਦ ਤੱਕ ਕੋਈ ਪ੍ਰਮਾਣਿਕ ਸਬੂਤ ਨਹੀਂ ਮਿਲਦੇ ਇਹਨਾਂ ਬਾਰੇ ਅਸੀਂ ਦੱਸਣ ਨੂੰ ਅਸਮਰਥ ਹਾਂ। ਤੋ ਇੰਨੀ ਹੀ ਜਾਣਕਾਰੀ ਪ੍ਰਾਪਤ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭੈਣ ਜੀ ਨੇ ਦੱਸਿਆ ਵੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ, ਇਹ ਗੱਲਾਂ ਜਿਹੜੀਆਂ ਕਈਆਂ ਕੁਆਈਆਂ ਨੇ। ਸੰਗਤ ਜੀ ਮੈਂ ਬੇਨਤੀ ਕਰਦੇ ਹਾਂ, ਕੇਵਲ ਇਹ ਹੀ ਨਹੀਂ, ਔਰ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਜੋ ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ ਉਹਦੇ ਵਿਰੋਧੀ ਨਾਲ ਹੀ ਜਿਹੜੇ ਨੇ ਪਨਪਦੇ ਸਨ ਔਰ ਹਰ ਸਮੇਂ ਤੇ ਪਨਪਦੇ ਰਹਿੰਦੇ ਨੇ। ਅੱਜ ਵੀ ਬਹੁਤ ਸਾਰੀ ਰਲਗੜ ਜਿਹੜੀ ਹੋ ਰਹੀ ਹੈ ਕਈਆਂ ਸ਼ਕਲਾਂ 'ਚ। ਇਸੇ ਤਰ੍ਹਾਂ ਜਿੱਥੋਂ ਤੱਕ ਇਹ ਸਵਾਲ ਹੈ ਇਤਿਹਾਸ ਦਾ, ਇਹ ਲਿਖਤਾਂ ਦਾ, ਉਹਦੇ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਰਲਗੜ ਹੋ ਰਹੀਆਂ ਨੇ ਜਿਹੜੀਆਂ ਸਿੱਖੀ ਵਿਚਾਰਧਾਰਾ ਤੋਂ ਉਲਟ ਵੀ ਨੇ ਤੇ ਜਿਹਦੇ ਕਰਕੇ ਜੋ ਸੰਗਤ ਹੈ ਉਹ ਜ਼ਰੂਰੀ ਗੱਲ ਹੈ ਉਹਦੇ 'ਚ ਕਨਫਿਊਜ਼ਨ ਪੈਦਾ ਹੁੰਦਾ ਹੈ ਔਰ ਜਿਹੜੇ ਵਿਰੋਧੀ ਨੇ ਉਹਨਾਂ ਦਾ ਤੇ ਟਾਰਗੇਟ ਹੀ ਹੈ ਕਨਫਿਊਜ਼ਨ ਪੈਦਾ ਕੀਤਾ ਜਾਏ। ਅਸੀਂ ਆਪ ਆਪਣੇ ਮਤਲਬ ਵੀ ਅੱਖਾਂ ਖੋਲ ਕੇ ਦਿਮਾਗ ਦੀਆਂ ਅਸੀਂ ਸੋਚਣਾ ਕਿ ਕਿਹੜੀ ਚੀਜ਼ ਸਾਡੀ ਜਿਹੜੀ ਅਸੀਂ ਪੜ੍ਹਨੀ ਜਾਂ ਸਾਨੂੰ ਪਰੋਸੀ ਜਾ ਰਹੀ ਹੈ, ਆਇਆ ਉਹ ਸਿੱਖ ਵਿਚਾਰਧਾਰਾ ਦੇ ਅਨੁਕੂਲ ਹੈ ਕਿ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਕੂਲ ਹੈ ਕਿ ਨਹੀਂ, ਔਰ ਸਿੱਖ ਰਹਿਤ ਮਰਿਆਦਾ ਦੇ ਅਨੁਕੂਲ ਹੈ ਕਿ ਨਹੀਂ। ਅੱਜ ਬਹੁਤ ਸਾਰੀਆਂ ਗੱਲਾਂ ਗੁਰਦੁਆਰੇ 'ਚ ਹੋ ਰਹੀਆਂ ਨੇ ਜਿਹੜੀਆਂ ਸਿੱਖ ਰਹਿਤ ਮਰਿਆਦਾ ਵਿੱਚ ਮਨਾ ਕੀਤੀਆਂ ਨੇ। ਤਾਂ ਹੁਣ ਮੈਂ ਉਸ ਪਾਸੇ ਨਹੀਂ ਜਾ ਸਕਦਾ ਤੇ ਮੈਂ ਇੰਨਾ ਇਸ਼ਾਰਾ ਹੀ ਕਰਨਾ ਕਿ ਆਓ ਆਪਾਂ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਬੜਾ ਕੁਝ ਜਿਹੜਾ ਉਹ ਵੱਧ ਘੱਟ ਪਰੋਸਿਆ ਜਾ ਰਿਹਾ। ਭੈਣ ਜੀ ਦਾ ਧੰਨਵਾਦ। ਤੇ ਅਗਲਾ ਸਵਾਲ ਸੰਗਤ ਜੀ, ਬੜਾ ਅਹਿਮ ਸਵਾਲ ਹੈ ਕਿ ਭਾਈ ਦਿੱਤ ਸਿੰਘ ਜੀ ਜਿਹੜੇ ਸਿੰਘ ਸਭਾ ਲਹਿਰ ਦੇ ਮੋਢੀ ਹੋਏ ਨੇ, ਉਹਨਾਂ ਦੀ ਵਾਰਤਾਲਾਪ ਹੋਈ ਹੈ ਸਵਾਮੀ ਦਇਆਨੰਦ ਦੇ ਨਾਲ। ਤਾਂ ਉਹ ਵਾਰਤਾਲਾਪ ਦਾ ਮੁੱਖ ਵਿਸ਼ਾ ਕੀ ਸੀਗਾ, ਸਵਾਲਕਰਤਾ ਨੇ ਪੁੱਛਿਆ ਤੇ ਸਾਨੂੰ ਦੱਸ ਰਹੇ ਨੇ ਸਤਜਿੰਦਰ ਸਿੰਘ ਜੀ ਕਿ ਸਵਾਮੀ ਦਇਆਨੰਦ ਨਾਲ ਜਿਹੜਾ ਭਾਈ ਦਿੱਤ ਸਿੰਘ ਜੀ ਦਾ ਸੰਵਾਦ ਹੋਇਆ ਉਹਦਾ ਮੁੱਖ ਵਿਸ਼ਾ ਕੀ। ਹਾਂਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਮਹਾਨ ਵਿਦਵਾਨ ਔਰ ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚੋਂ ਸਿਰਕੱਢ ਮੋਢੀ ਗਿਆਨੀ ਦਿੱਤ ਸਿੰਘ ਜੀ ਨੂੰ ਕੌਣ ਨਹੀਂ ਜਾਣਦਾ ਹੈ। ਉਹਨਾਂ ਦੇ ਵੱਲੋਂ ਜੋ ਸਿੰਘ ਸਭਾ ਬਣਾਉਣ ਦੇ ਵਿੱਚ ਜੋ ਸੇਵਾ ਕੀਤੀ ਗਈ, ਆਪਣੇ ਪਰਿਵਾਰ ਦੀ ਵੀ ਪਰਵਾਹ ਨਾ ਕੀਤੀ ਔਰ ਮਹਾਨ ਲਿਟਰੇਚਰ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਜਿਹੜਾ ਹੈ ਛਾਪ ਕੇ ਦਿੱਤਾ ਹੈ। ਉਸ ਵੇਲੇ ਦੀਆਂ ਜਿਹੜੀਆਂ ਚੱਲ ਰਹੀਆਂ ਪ੍ਰਚਲਿਤ ਲਹਿਰਾਂ ਸਨ, ਉਹਨਾਂ ਲਹਿਰਾਂ ਦੇ ਨਾਲ ਮੋਢੀ ਹੋ ਕਰਕੇ ਟੱਕਰਾਂ ਲਈਆਂ ਤੇ ਉਹਨਾਂ ਦੇ ਦੰਭਾਂ ਨੂੰ, ਉਹਨਾਂ ਦੇ ਪਖੰਡਾਂ ਨੂੰ ਉਜਾਗਰ ਕੀਤਾ। ਤੇ ਉਹਨਾਂ ਵਿੱਚੋਂ ਇੱਕ ਸਨ ਸਵਾਮੀ ਦਇਆਨੰਦ ਸਰਸਵਤੀ, ਜਿਨ੍ਹਾਂ ਨੂੰ ਕਿ ਮੁਨੀਆਂ ਔਰ ਰਿਸ਼ੀਆਂ ਦਾ ਦਰਜਾ ਜਿਹੜੇ ਉਹਨਾਂ ਦੇ ਫਾਲੋਅਰ ਦਿੰਦੇ ਸਨ। ਇਹ ਗੱਲ ਉਸ ਸਮੇਂ ਦੀ ਹੈ ਕਿ ਜਦੋਂ ਸਵਾਮੀ ਦਇਆਨੰਦ ਜੀ ਪੰਜਾਬ ਵਿੱਚ 19 ਅਪ੍ਰੈਲ 1877 ਨੂੰ ਲਾਹੌਰ ਵਿਖੇ ਆਏ। ਇੱਕ ਤੇ ਮੈਂ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ 1849 ਦੇ ਵਿੱਚ ਟੋਟਲੀ ਖਤਮ ਹੋ ਗਿਆ
ਤਾਂ ਉਹਨਾਂ ਨੂੰ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ ਕਿ ਇਹਨਾਂ ਨੂੰ ਹਿਸਟੋਰੀਕਲੀ ਔਰ ਕਲਚਰਲੀ ਇਹਨਾਂ ਜਿਹੜੇ ਇੱਥੇ ਰਹਿਣ ਵਾਲੇ ਬਸ਼ਿੰਦੇ ਹਨ ਪੰਜਾਬ ਦੇ, ਉਹਨਾਂ ਨੂੰ ਖਤਮ ਕੀਤਾ ਜਾਏ, ਉਹਨਾਂ ਨੂੰ ਉਹਨਾਂ ਦੇ ਧਰਮ ਨਾਲ ਔਰ ਕਲਚਰ ਨਾਲ ਤੋੜਿਆ ਜਾਏ। ਤਾਂ ਉਹਨਾਂ ਨੇ ਈਸਾਈਅਤ ਦਾ ਪ੍ਰਚਾਰ ਕਰਨ ਵਾਸਤੇ ਜਿਹੜੇ ਹਿੰਦੂ ਔਰ ਸਿੱਖ ਸਨ ਔਰ ਮੁਸਲਮਾਨ ਸਨ, ਉਹਨਾਂ ਨੂੰ ਵਰਗਲਾਉਣਾ ਸ਼ੁਰੂ ਕੀਤਾ। ਤੇ ਇਹਦੇ ਵਿੱਚ ਸਵਾਮੀ ਦਇਆਨੰਦ ਜੀ ਵੀ ਜਿਹੜੇ ਸਿੰਘ ਸਭਾ ਤੇ ਬੰਦੇ ਸਨ, ਉਹਨਾਂ ਨਾਲ ਮਿਲ ਕਰਕੇ ਉਹਨਾਂ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ। ਲੇਕਿਨ ਜਦੋਂ ਸਵਾਮੀ ਦਇਆਨੰਦ ਜੀ ਨੇ ਸਤਿਆਰਥ ਪ੍ਰਕਾਸ਼ ਕਿਤਾਬ ਲਿਖੀ ਤੇ ਉਹਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਵਿਰੁੱਧ ਜਿਹੜੇ ਬੋਲ ਬੋਲੇ, ਨਾ ਸਿਰਫ ਗੁਰੂ ਨਾਨਕ ਪਾਤਸ਼ਾਹ ਦੇ ਲੇਕਿਨ ਹੋਰ ਵੀ ਜਿਹੜੇ ਧਾਰਮਿਕ ਉਸ ਵੇਲੇ ਸਨ, ਉਹਨਾਂ ਦੇ ਵਿਰੋਧ ਦੇ ਵਿੱਚ ਉਹ ਸਤਿਆਰਥ ਪ੍ਰਕਾਸ਼ ਇੱਕਦਮ ਝੂਠ ਦਾ ਪਲੰਦਾ ਸੀ। ਉਸ ਨੂੰ ਦੇਖ ਕਰਕੇ ਗਿਆਨੀ ਦਿੱਤ ਸਿੰਘ ਜੀ ਦੇ ਮਨ ਵਿੱਚ ਆਇਆ ਕਿ ਇਹ ਜੋ ਪਖੰਡੀ ਦੰਭੀ ਹੈ, ਜਿਹਨੇ ਗੁਰੂ ਨਾਨਕ ਪਾਤਸ਼ਾਹ ਦੇ ਵਿਰੋਧ ਵਿੱਚ ਇੰਨਾ ਕੁਝ ਕੀਤਾ ਹੈ, ਉਸ ਨਾਲ ਦੋ ਹੱਥ ਕੀਤੇ ਜਾਣ। ਔਰ ਉਹ ਆਪਣੇ ਆਪ ਨੂੰ ਜਿਹੜੀ ਬਹਿਸ ਸਨ, ਡਿਸਕਸ਼ਨ ਦੇ ਵਿੱਚ, ਗੋਸ਼ਟ ਦੇ ਵਿੱਚ ਆਪਣੇ ਆਪ ਨੂੰ ਬੜਾ ਮਾਹਰ ਸਮਝਦੇ ਸਨ ਔਰ ਬੜੇ ਪੈਂਤੜੇ ਜਾਣਦੇ ਸਨ। ਤੇ ਉਹ ਜਿਹੜਾ ਵੀ ਉਹਨਾਂ ਨਾਲ ਬਹਿਸ ਕਰਦਾ ਸੀ, ਉਹਨਾਂ ਨੂੰ ਉਕਤੀਆਂ ਯੁਕਤੀਆਂ ਲਗਾ ਕੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਹਰਾ ਦਿੰਦੇ ਸਨ ਤੇ ਆਪਣਾ ਜਿੱਤ ਦਾ ਡੰਕਾ ਵਜਾ ਦਿੰਦੇ ਸਨ। ਤੋਂ ਜਦੋਂ ਸਵਾਮੀ ਦਇਆਨੰਦ ਜੀ 19 ਅਪ੍ਰੈਲ 1877 ਨੂੰ ਲਾਹੌਰ ਵਿਖੇ ਆਏ, ਤਾਂ ਉਹਨਾਂ ਨੇ ਅਲੱਗ-ਅਲੱਗ ਧਰਮਸ਼ਾਲਾ ਦੇ ਵਿੱਚ ਜਾ ਕੇ ਨਿਵਾਸ ਕੀਤੇ ਤੇ ਉੱਥੇ ਬੜੇ-ਬੜੇ ਬਹਿਸਾਂ ਕੀਤੀਆਂ, ਜਿਹਦੇ ਵਿੱਚ ਵੱਡੇ-ਵੱਡੇ ਪ੍ਰਚੰਡ ਵਿਦਵਾਨਾਂ ਨੂੰ ਉਹਨਾਂ ਨੇ ਬਹਿਸ ਦੇ ਵਿੱਚ ਹਰਾਇਆ। ਗਿਆਨੀ ਦਿੱਤ ਸਿੰਘ ਜੀ, ਜੋ ਕਿ ਪਹਿਲਾਂ ਹੀ ਗੁਲਾਬਦਾਸੀ ਡੇਅਰੀਆਂ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਸ਼ਾਸਤਰਾਂ ਦੀ ਡੂੰਘੀ ਜਾਣਕਾਰੀ ਪ੍ਰਾਪਤ ਕੀਤੀ ਸੀ ਔਰ ਗੁਰਮਤਿ ਦਾ ਵੀ ਡੂੰਘਾ ਅਧਿਐਨ ਸੀ ਉਹਨਾਂ ਨੂੰ, ਉਹਨਾਂ ਨੇ ਸਵਾਮੀ ਜੀ ਨਾਲ ਬਹਿਸ ਲਈ ਮਨ ਬਣਾਇਆ ਤੇ ਉਹਨਾਂ ਦੇ ਗਿਆਨ ਦੇ ਪਖੰਡ ਨੂੰ ਉਜਾਗਰ ਕਰਨ ਲਈ ਉਹਨਾਂ ਨੇ ਬਹਿਸਾਂ ਆਰੰਭ ਕੀਤੀਆਂ। ਇਹਨਾਂ ਸਾਰਾ ਬਹਿਸਾਂ ਦਾ ਜੋ ਵਿਸ਼ਾ ਸੀ, ਉਹ ਮੈਂ ਆਪ ਜੀ ਦੇ ਨਾਲ ਬਰੀਫਲੀ ਡਿਸਕਸ ਕਰਦਾ ਹਾਂ ਸਮੇਂ ਦੇ ਪਾਬੰਦੀ ਵਿੱਚ ਹੀ। ਕਿ ਪਹਿਲਾ ਸਵਾਲ ਸੀਗਾ ਕਿ ਵੇਦ ਈਸ਼ਵਰ ਕ੍ਰਿਤ ਹਨ ਕਿ ਨਹੀਂ। ਜਦੋਂ ਵੀ ਸਵਾਮੀ ਜੀ ਦਇਆਨੰਦ ਸਰਸਵਤੀ ਡਿਸਕਸ਼ਨ ਕਰਦੇ ਸਨ, ਤਾਂ ਕਿਸੇ ਨਾ ਕਿਸੇ ਟਾਪਿਕ ਦੇ ਉੱਪਰ ਧੂਆਂਦਾਰ ਲੈਕਚਰ ਦਿੰਦੇ ਸਨ ਤੇ ਫਿਰ ਉਹਨਾਂ ਨੂੰ ਕਹਿੰਦੇ ਸਨ ਵੀ ਕਿਸੇ ਨੇ ਬਹਿਸ ਕਰਨੀ ਹੈ ਤੇ ਆ ਜਾਓ। ਤੇ ਕੋਈ ਵੀ ਹਿੰਮਤ ਨਹੀਂ ਸੀ ਕਰਦਾ, ਜੇ ਕੋਈ ਕਰ ਵੀ ਲੈਂਦਾ ਸੀਗਾ ਤੇ ਉਹਨੂੰ ਮਖੌਲ ਦਾ ਇੱਕ ਢੰਗ ਦੇ ਨਾਲ ਉਸ ਨੂੰ ਹਰਾ ਕੇ ਤੇ ਉਹਨੂੰ ਬੇਇੱਜ਼ਤ ਕਰਦੇ ਸਨ। ਤੋ ਇਹ ਜਦੋਂ ਇਹ ਸਵਾਲ ਕੀਤਾ ਵੇਦ ਈਸ਼ਵਰ ਕ੍ਰਿਤ ਹਨ ਕਿ ਨਹੀਂ, ਤਾਂ ਸਵਾਮੀ ਜੀ ਨੇ ਆਪਣੇ ਵਿਚਾਰ ਰੱਖੇ ਕਿ ਇਹ ਵੇਦ ਜਿਹੜੇ ਹਨ ਈਸ਼ਵਰ ਨੇ ਬਣਾਏ ਹਨ। ਪਰ ਬੜਾ ਇਸ ਦੇ ਉੱਪਰ ਧੂਆਂਧਾਰ ਉਹਨਾਂ ਨੇ ਲੈਕਚਰ ਕੀਤੇ ਔਰ ਕਿਹਾ ਵੀ ਵੇਦਾਂ ਦੀ ਕੀ ਇੰਪੋਰਟੈਂਸ ਹੈ, ਰੱਬ ਨੇ ਬਣਾਏ ਹੋਏ ਹਨ। ਪਰ ਗਿਆਨੀ ਜੀ ਨੇ, ਦਿੱਤ ਸਿੰਘ ਜੀ ਨੇ ਜਦੋਂ ਉਹਨਾਂ ਨਾਲ ਬਹਿਸ ਕੀਤੀ ਤੇ ਸਮਝਾਇਆ ਕਿ ਵੇਦ ਮੰਤਰ ਉਚਾਰਨ ਲਈ ਜਾਂ ਲਿਖਣ ਲਈ ਸਰੀਰ ਦੇ ਅੱਡ-ਅੱਡ ਅੰਗਾਂ ਦੀ ਲੋੜ ਪਵੇਗੀ। ਬੋਲਣ ਲਈ ਪਹਿਲਾਂ ਵਿਚਾਰ, ਜੋ ਬੋਲੀ ਦੇ ਚਾਰ ਜਿਹੜੇ ਪੜਾਅ ਹਨ, ਪ੍ਰਬਾਣੀ ਜਦੋਂ ਕਿ ਤੁਹਾਡੇ ਅੰਦਰ ਹੀ ਵਿਚਾਰ ਹੁੰਦੇ ਹਨ, ਬਸੰਤੀ ਜਦੋਂ ਉਹ ਤੁਹਾਡੇ ਕੁਝ ਅੰਦਰੋਂ ਤੁਹਾਡੇ ਬੋਲ ਪ੍ਰਗਟ ਹੁੰਦੇ ਹਨ ਅੰਦਰ ਹੀ, ਫਿਰ ਮਧਮਾ ਜਦੋਂ ਉਹ ਗਲੇ ਤੇ ਪਹੁੰਚ ਜਾਂਦੀਆਂ ਹਨ ਔਰ ਫਿਰ ਉਹ ਸੈਂਟੈਂਸ ਬਣਨੇ ਸ਼ੁਰੂ ਹੁੰਦੇ ਹਨ, ਤੇ ਉਹ ਤੀਸਰੀ ਅਵਸਥਾ ਔਰ ਚੌਥੀ ਅਵਸਥਾ ਬੈਕਰੀ, ਜਦੋਂ ਉਹਨਾਂ ਨੂੰ ਅੱਖਰ ਮਿਲ ਜਾਂਦੇ ਹਨ ਤੇ ਉਹਨੂੰ ਬੋਲ ਕੇ ਔਰ ਫਿਰ ਲਿਖ ਕੇ ਪ੍ਰਗਟ ਕੀਤਾ ਜਾਂਦਾ ਹੈ। ਗਿਆਨੀ ਜੀ ਨੇ ਕਿਹਾ ਵੀ ਤੁਸੀਂ ਕਹਿੰਦੇ ਈਸ਼ਵਰ ਦੇ ਇਹ ਵੇਦ ਰਚੇ ਹੋਏ ਹਨ ਤੇ ਇਹ ਤੇ ਅੱਖਰਾਂ ਵਿੱਚ ਹਨ, ਤੇ ਇਹਨਾਂ ਨੂੰ ਜੇ ਬੋਲ ਕੇ ਦੱਸਿਆ ਹੋਏਗਾ ਤੇ ਉਹਦੇ ਵਾਸਤੇ ਮੂੰਹ ਵਿੱਚ ਕਦੀ ਦੰਦਾਂ ਨਾਲ ਤਾਲੂ ਅਤੇ ਹੋਠਾਂ ਦੀ ਵਰਤੋਂ ਕਰਕੇ ਤਾਂ ਕਿਤੇ ਜਾ ਕੇ ਇੱਕ ਪੂਰਾ ਵਾਕ ਜਿਹੜਾ ਹੈ ਉਹ ਬੋਲਿਆ ਜਾ ਸਕਦਾ ਹੈ। ਇਸ ਲਈ ਪਰਮਾਤਮਾ ਨਿਰਗੁਣ ਸਰੂਪ ਹੈ, ਅਸਥੂਲ ਹੈ, ਇਸ ਲਈ ਉਸ ਦਾ ਸਰੀਰ ਨਹੀਂ ਹੈ। तो वेदां की रचना सरीरक अंगां तो बिना नहीं हो सकती। ईश्वर ने निर्मल रूहां विच अपना अनुभव ज्ञान की बख्शिश करके ऋषियां राही वेदां की रचना करवाई सी। ये जो तर्क दिता तो स्वामी दयानंद जी इसका कोई माकूल जवाब नहीं दे सके, तो उन्होंने कहा आप जो कहते हो सो ठीक है, मान लेते हैं, हमें तो इतना ही पता था। तो ये पहली विचार दे विच ज्ञानी जी ने स्वामी दयानंद नूं निरुत्तर किया। उस तो अगली गल सीगी कि पंज जड़े संसार की रचना है वो किसने की थी। तो स्वामी दयानंद जी ने जवाब दिता कि इसकी रचना ईश्वर ने की है, तो जगत की रचना ईश्वर ने की है। तो स्वामी दयानंद जी ने कहा कि जो तत्त हैं
ਵੈਸੇ ਪੰਜ ਤੱਤ ਹਨ, ਗੁਰਬਾਣੀ 'ਚ ਵੀ ਆਇਆ ਕਿ ਪੰਜ ਤੱਤ ਕਾ ਸ੍ਰੇਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਸੇ ਕੀਤਾ ਹੋਵੇ। ਤੋ ਇਹ ਜਿਹੜੇ ਤੱਤ ਹਨ, ਸਵਾਮੀ ਦਇਆਨੰਦ ਜੀ ਚਾਰ ਤੱਤਾਂ ਦੀ ਹੀ ਗੱਲ ਕਰਦੇ ਹਨ ਤੇ ਉਹਨਾਂ ਨੇ ਕਿਹਾ ਵੀ ਇਹ ਤੱਤ ਜਿਹੜੇ ਹਨ ਇਹਨਾਂ ਦੇ ਰਾਹੀਂ ਪਰਮਾਤਮਾ ਨੇ ਰਚਨਾ ਕੀਤੀ ਹੈ। ਔਰ ਇਹਨਾਂ ਤੱਤਾਂ ਦਾ ਜਦੋਂ ਗਿਆਨੀ ਦੀਪ ਸਿੰਘ ਜੀ ਨੇ ਪੁੱਛਿਆ ਕਿ ਆਪ ਜੀ ਕਹਿੰਦੇ ਹੋ ਕਿ ਈਸ਼ਵਰ ਨੇ ਇਹਨਾਂ ਦੀ ਰਚਨਾ ਕੀਤੀ ਹੈ, ਤਾਂ ਫਿਰ ਇਹਨਾਂ ਜੋ ਤੱਤ ਹਨ ਇਹਨਾਂ ਦਾ ਕਰਤਾ ਕੌਣ ਹੈ? ਤਾਂ ਸਵਾਮੀ ਜੀ ਨੇ ਕਿਹਾ ਕਿ ਇਹ ਵੀ ਅਨਾਦਿ ਹਨ। ਜਿਵੇਂ ਪਰਮਾਤਮਾ ਅਨਾਦਿ ਹੈ, ਇਸ ਤਰ੍ਹਾਂ ਇਹ ਤੱਤ ਜਿਹੜੇ ਹਨ ਇਹ ਵੀ ਅਨਾਦਿ ਹਨ ਤੇ ਇਹਨਾਂ ਤੱਤਾਂ ਨੂੰ ਅੱਗ, ਜਲ, ਵਾਯੂ ਅਤੇ ਧਰਤੀ, ਆਕਾਸ਼ ਅਲੱਗ-ਅਲੱਗ ਮਾਤਰਾ ਵਿੱਚ ਸਵਾਮੀ ਜੀ ਨੇ ਕਿਹਾ ਕਿ ਇਹਨੂੰ ਮੇਲ ਕਰਕੇ ਕਿਸੇ ਅੱਗ ਔਰ ਉਸ ਨੂੰ ਚੀਜ਼ਾਂ ਨੂੰ ਮਿਲਾ ਕਰਕੇ ਅਲੱਗ-ਅਲੱਗ ਪ੍ਰਪੋਰਸ਼ਨ ਦੇ ਵਿੱਚ ਜੀਵ ਜੰਤੂ ਤੇ ਪਸ਼ੂ ਪੰਛੀ ਆਜ ਬਣਾਏ ਉਹਨਾਂ ਨੇ। तो ज्ञानी जी ने समझाया कि इस तरह तो ईश्वर सारी कुदरत का करता पुरख ना होया ते एक औरत वांगू दाल ते चौल लैके खाना बना दिता ते अन्न दे आटे दीयां रोटियां जल वायु अग्नि का सुमेल करके धरती उत्ते खिचड़ी आदि पका दी। फिर इन्हां तत्तां दा करता कौन होया संत जी? इस सवाल का जवाब भी संत जी नहीं दे सके। ते क्या हमको जो पता था बता दिया, बाकी तुम समझो क्या, और कह के उन्होंने बहस ਨੂੰ ਖਤਮ ਕਰ ਦਿੱਤਾ। ਉਸ ਵੇਲੇ ਉਹਨਾਂ ਨਾਲ ਇੱਕ ਹੋਰ ਵਿਦਵਾਨ ਸਵਾਮੀ ਅਗਨੀਹੋਤਰੀ ਜੀ, ਜਿਨ੍ਹਾਂ ਦਾ ਨਾਮ ਉਸੇ ਸ਼ੰਕਰ ਦਾਸ ਸੀ, ਉਹ ਵੀ ਬੈਠੇ ਸਨ ਤੇ ਉਹਨਾਂ ਨੇ ਕਿਹਾ स्वामी दयानंद जी आपका उत्तर ठीक नहीं है और आप हार गए हो। ਤੇ ਇਸ ਤੇ स्वामी दयानंद जी स्वामी ਅਗਨੀਹੋਤਰੀ ਦੇ ਨਾਲ ਬੈਸਣ ਲੱਗ ਪਏ ਤੇ ਗਿਆਨੀ ਜੀ ਨੇ ਆਖਿਆ ਕਿ स्वामी जी ਤੁਸੀਂ ਅਗਨੀਹੋਤਰੀ ਜੀ ਨਾਲ ਕਿਉਂ ਬਹਿਸ ਕਰ ਰਹੇ ਹੋ? ਜੋ ਡਿਸਕਸ਼ਨ ਹੈ ਉਹ ਮੇਰੀ ਆਪ ਜੀ ਦੀ ਹੋ ਰਹੀ ਹੈ। तो इसका वर्णन जिहड़ा है जिस वेले ये सिंह सभा पत्रिका दे विच छपिया तां जिहड़े आर्य समाजी सन उन्होंने विद्रोह किया, उन्होंने प्रोटेस्ट किया कि ऐसी कोई गल तां होई ही नहीं, कित्थे सरस्वती स्वामी दयानंद जी ते कित्थे एक पेंडू जिहड़ा ज्ञानी देस सिंह, उन्हां दा किवें हो सकदा है? तां फिर इस किताब दे अंदर ही जिहड़ा स्वामी दयानंद ते मेरा संवाद, जिसनूं सिख मिशनरी कॉलेज ने भी छापिया है, ਉਹਦੇ ਪੰਨਾ 347 ਜਿਹੜਾ ਜੀਵਨ ਹੈ ਸਰਸਵਤੀ स्वामी दयानंद जी ਦਾ, ਉਹਦੇ 347 ਔਰ 348 ਅੰਕ ਦੇ ਉੱਤੇ ਇਹ ਸਾਰੀ ਵਾਰਤਾ ਦਾ ਜਿਹੜਾ ਉਹਦੇ ਅੰਦਰ ਡਿਟੇਲ ਦਿੱਤੀ ਹੋਈ ਹੈ। ਤੋਂ ਆਖਰੀ ਜਿਹੜਾ ਤੀਸਰਾ ਸਵਾਲ ਸੀਗਾ, ਤਿੰਨ ਬਹਿਸਾਂ ਹੋਈਆਂ ਨੇ, ਤੋਂ ਦੋ ਦੇ ਅੰਦਰ ਉਹਨਾਂ ਨੂੰ ਪਛਾੜਿਆ ਤੇ ਤੀਸਰਾ ਜਿਹੜਾ ਸਵਾਲ ਸੀ ਉਹ स्वामी जी ਨੇ ਉਹ ਬੈਠ ਕਰਕੇ ਗੁਲਾਬ ਦਾਸ ਦੀ ਹਵੇਲੀ ਦੇ ਅੰਦਰ ਮੁਕਤੀ ਦੇ ਬਾਰੇ ਆਪਣਾ ਬੜਾ ਧੂਆਂਧਾਰ ਲੈਕਚਰ ਦਿੱਤਾ ਤੇ ਉਹਨਾਂ ਨੇ ਇਹ ਕਿਹਾ ਵੀ ਦੇਹ ਛੱਡਣ ਤੋਂ ਮਗਰੋਂ ਆਤਮਾਵਾਂ, ਜਦੋਂ ਗਿਆਨੀ ਜੀ ਨੇ ਪੁੱਛਿਆ ਕਿ ਆਪ ਜੀ ਮੁਕਤੀ ਦਾ ਕੀ ਸਮਝਦੇ ਹੋ, ਤਾਂ स्वामी जी ਨੇ ਕਿਹਾ ਦੇਹ ਛੁੱਟਣ ਤੋਂ ਮਗਰੋਂ ਆਤਮਾਵਾਂ ਖੁੱਲੇ ਤੌਰ ਤੇ ਵਿਚਰਦੀਆਂ ਹਨ। ਇਹਨਾਂ ਆਤਮਾਵਾਂ ਨੂੰ ਆਪਣੇ ਪਿਛਲੇ ਸਰੀਰ ਦਾ ਗਿਆਨ ਹੁੰਦਾ ਹੈ। ਗਿਆਨੀ ਜੀ ਨੇ ਸਮਝਾਇਆ ਕਿ ਚਾਰ ਵਾਕ ਵਾਲੇ ਵੀ ਇਸੇ ਵਿਚਾਰ ਵਾਲੇ ਹਨ ਕਿ ਸਰੀਰ ਖਤਮ ਤੇ ਸਭ ਕੁਝ ਖਤਮ। ਫਿਰ ਆਰਿਆ ਸਮਾਜ ਦੇ ਚਾਰ ਵਾਕ ਮਤ ਵਿੱਚ ਕੋਈ ਫਰਕ ਨਾ ਹੋਇਆ, ਜਦਕਿ ਚਾਰ ਵਾਕ ਵਾਲੇ ਵੇਦਾਂ ਨੂੰ ਮੰਨਦੇ ਨਹੀਂ। ਫਿਰ ਵੀ ਤੁਹਾਡੀ ਮੁਕਤੀ ਉਹਨਾਂ ਨਾਲ ਮੇਲ ਖਾਂਦੀ ਹੈ। ਫਿਰ ਤੁਹਾਡੇ ਵੇਦਾਂ ਦੇ ਗਿਆਨ ਦਾ ਇਸ ਮਨੁੱਖਾ ਸਰੀਰ ਨੂੰ ਕੀ ਫਾਇਦਾ ਹੋਇਆ? ਗਿਆਨੀ ਜੀ ਨੇ ਉੱਪਰ ਉੱਡਦੀਆਂ ਕੁਝ ਇੱਲਾਂ ਵੱਲ ਇਸ਼ਾਰਾ ਕੀਤਾ ਤੇ ਪੁੱਛਿਆ, ਸਹਿਜ ਸੰਤ ਜੀ ਤੁਸੀਂ ਇਹਨਾਂ ਨੂੰ ਪਛਾਣਦੇ ਹੋ ਕਿ ਦੱਸੋ ਇਹ ਪਿਛਲੇ ਜਨਮ ਵਿੱਚ ਕੀ ਸਨ ਤੇ ਜੋ ਆਪ ਜੀ ਦਾ ਇਹ ਲੈਕਚਰ ਸੁਣਨ ਵਾਸਤੇ ਇੱਥੇ ਆਏ ਹਨ ਤੇ ਇਹਨਾਂ ਨੇ ਪਿਛਲੇ ਮਨੁੱਖਾ ਜਨਮ ਵਿੱਚ ਆਪ ਤੋਂ ਜੋ ਗਿਆਨ ਪ੍ਰਾਪਤ ਕੀਤਾ ਸੀ ਉਸ ਦਾ ਇਹ ਕੀ ਫਾਇਦਾ ਲੈਣ ਦੇ ਸਮਰੱਥ ਹਨ? स्वामी जी तो कोई जवाब ना बनाया तो इस तरह बहसा भी स्वामी दयानंद जी छिथे पै के कहने लगे, तुम समझो कि हम हार गए हैं, तुम जीत गए हो। तो ये सी विचार जिहड़ी इन क्रक्स ब्रीफ दे अंदर मैं आप जी दे नाल साझे कीते हैं। ये किताब जिहड़ी है ये साडे मैं बेनती करांगा कि इहदी आडियो जिहड़ी है वो भी उपलब्ध हैगी है, डॉक्टर तेजिंदर सिंह खालसा जी ने पाई है ते उस नूं भी जिन्हें पढ़ना होवे सुनना होवे और सिख मिशनरी कॉलेज की किताब साधु दयानंद ते मेरा संवाद वो भी अवेलेबल है, उसनूं भी मंगवा के आप पढ़ सकते हो। विचार करदे होइयां अनेका भुलां दी आप पासों खिमा मंगदा हां। गज के फतेह बुलाओ जी। वाहिगुरू जी का खालसा वाहिगुरू जी की फतेह। संगत जी बड़ा लंबा विषय है जिहड़ा वीर जी ने निभाया और बड़े थोड़े समय च मैं सानू ਉਹਦਾ ਕਰਕਸ ਜਿਹੜਾ ਉਹ ਮੇਨ ਫੋਕਸ ਦੱਸ ਦਿੱਤਾ। ਬਹੁਤ ਬਹੁਤ ਧੰਨਵਾਦ। तो संगत जी गल यह है कि जिस तरह पहले सवाल च मैं कहा सी कि
ਬਹੁਤ ਸਾਰੇ ਅਨਮਤੀ ਜਾਂ ਸਿੱਖ ਮਤ ਦੇ ਵਿਰੋਧੀ ਜਿਹੜੇ ਨੇ ਉਹ ਹਰ ਹੀਲੇ ਇਧਰ ਰਲਗੱਡ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਇਸੇ ਤਰ੍ਹਾਂ ਇਹ ਜਿਸ ਤਰ੍ਹਾਂ ਆਪ ਜੀ ਨੇ ਹੁਣ ਇਹ ਸਰਵਣ ਕੀਤਾ, ਮੈਂ ਪਹਿਲੇ ਕਿਹਾ ਕਿ ਬੜਾ ਵੱਡਾ ਲੰਬਾ ਵਿਸ਼ਾ ਇਹ ਜਿਹੜਾ ਗਿਆਨੀ ਜਤ ਸਿੰਘ ਜੀ ਦੀ ਜਿਹੜੀ ਡਿਸਕਸ਼ਨ ਹੋਈ ਹੈ ਸਵਾਮੀ ਦਇਆਨੰਦ ਦੇ ਨਾਲ, ਇਹ ਤਾਂ ਪੂਰਾ ਇੱਕ ਲੈਕਚਰ ਮੰਗਦਾ, ਜਿਹਦੇ ਚ ਬਹੁਤ ਸਾਰੀਆਂ ਗੱਲਾਂ ਹੋਰ ਵੀ ਜਿਹੜੀਆਂ ਨੇ ਉਹ ਸਾਨੂੰ ਮਿਲਦੀਆਂ ਨੇ ਤੇ ਨਾਲੇ ਸਾਨੂੰ ਪਤਾ ਲੱਗੇਗਾ ਕਿ ਗਿਆਨੀ ਜੀ ਕਿੰਨੇ ਮਤਲਬ ਵੀ ਹਾਜ਼ਰ ਜਵਾਬ ਔਰ ਕਿੰਨੇ ਰੋਸ਼ਨ ਦਿਮਾਗ ਸਨ। ਤੋ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਪੁਰਖੇ ਜਿਹੜੇ ਨੇ ਉਹ ਬੜੇ ਪਹੁੰਚੇ ਸਨ। ਲੋੜ ਹੈ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ। ਧੰਨਵਾਦ ਵੀਰ ਜੀ। ਤੋ ਸੰਗਤ ਜੀ ਆਓ ਆਪਾਂ ਅਗਲਾ ਜਿਹੜਾ ਸਵਾਲ ਹੈ ਉਹ ਹੈ ਗੁਰਬਾਣੀ ਦੀ ਵਿਆਖਿਆ ਬਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 709 ਤੇ ਸ਼ਬਦ ਹੈ, ਉਸ ਸ਼ਬਦ ਦੀ ਇੱਕ ਤੁਕ ਸਵਾਲ ਕਰਤਾ ਨੇ ਲਿਖੀ ਹੈ, ਭਾਵੀ ਉਦੋਤ ਕਰਨ ਹਰਮਨ ਸੰਜੋਗ ਪੂਰਨਾ। ਇਹਦੇ ਭਾਵਰਥ ਕੀ ਨੇ ਸਾਹ ਜਗੀਰ ਸਿੰਘ ਜੀ ਦੱਸਣ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਭਾਵੀ ਉਦੋਤ ਕਰਨ ਹਰ ਰਮਣੰ ਸੰਜੋਗ ਪੂਰਨ ਹੈ। ਇਹ ਗੁਰੂ ਅਰਜਨ ਦੇਵ ਜੀ ਦਾ ਜੈਸਰੀ ਵਾਰ ਵਿੱਚ 15ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ। ਇਸ ਵਾਰ ਵਿੱਚ 20 ਪੌੜੀਆਂ ਹਨ। ਹਰ ਪੌੜੀ ਦੇ ਨਾਲ 2-2 ਸ਼ਲੋਕ ਹਨ। ਇਸ ਵਾਰ ਦੇ ਕਿਸੇ ਵੀ ਸ਼ਲੋਕ ਨਾਲ ਮਹਿਲਾ ਨਹੀਂ ਲਿਖਿਆ। ਵਾਰ ਦਾ ਸਿਰਲੇਖ ਹੈ ਜੈਸਰੀ ਮਹਿਲਾ 5ਵਾਂ ਵਾਰ ਸ਼ਲੋਕਾਂ ਨਾਲ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਅਤੇ ਸ਼ਲੋਕ ਗੁਰੂ ਅਰਜਨ ਦੇਵ ਜੀ ਦੇ ਹੀ ਉਚਾਰੇ ਹੋਏ ਹਨ। ਸ਼ਲੋਕ ਅਤੇ ਇਸਦੇ ਅਰਥ ਇਸ ਤਰ੍ਹਾਂ ਹਨ। ਭਾਵੀ ਉਦੋਤ ਕਰਨ ਹਰ ਰਮਣੰ ਸੰਜੋਗ ਪੂਰਨ ਹੈ। ਭਾਵੀ ਦਾ ਅਰਥ ਹੈ ਜੋ ਕੁਝ ਜ਼ਰੂਰ ਵਰਤ ਕੇ ਰਹਿਣਾ ਹੈ। ਮੱਥੇ ਦੇ ਭਾਗ। ਉਦੋਤ ਮੈਨੇ ਪ੍ਰਗਟ ਹੋਣਾ, ਉਗੜਨਾ। ਭਾਵੀ ਉਦੋਤ ਕਰਨ ਮੱਥੇ ਦੇ ਲਿਖੇ ਲੇਖਾਂ ਦਾ ਉਗੜਨਾ। ਸੰਜੋਗ ਪੂਰਨ ਹੈ, ਪੂਰੇ ਸੰਜੋਗਾਂ ਨਾਲ। ਹਾਂਜੀ, ਭਾਵੀ ਉਦੋਤ ਕਰਨ ਹਰ ਰਮਣੰ ਸੰਜੋਗ ਪੂਰਨ ਹੈ। ਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉਗੜਦੇ ਹਨ, ਪ੍ਰਗਟ ਹੁੰਦੇ ਹਨ, ਤਦੋਂ ਪ੍ਰਭੂ ਦਾ ਸਿਮਰਨ ਕਰੀਦਾ ਹੈ। ਅਗਲੀ ਪੰਕਤੀ ਹੈ ਜੀ ਇਸ ਸ਼ਲੋਕ ਦੀ। ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ। ਗੋਪਾਲ ਦਰਸ ਭੇਟੰ ਦਾ ਮਤਲਬ ਹੈ ਜਗਤ ਦੇ ਮਾਲਕ ਪ੍ਰਭੂ ਦਾ ਦੀਦਾਰ ਹੋਣਾ। ਮਹੂਰਤ ਹੈ ਮੈਨੇ ਮਹੂਰਤ ਸਮਾਂ, ਸਫਲ ਮੈਨੇ ਬਰਕਤ ਵਾਲਾ। ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ। ਹੇ ਨਾਨਕ, ਉਹ ਘੜੀ ਬਰਕਤ ਵਾਲੀ ਹੁੰਦੀ ਹੈ ਜਦੋਂ ਗੋਪਾਲ ਪ੍ਰਭੂ ਦਾ ਦੀਦਾਰ ਹੁੰਦਾ ਹੈ। ਸੋ ਇਸ ਤਰ੍ਹਾਂ ਇਹ ਸੰਜੋਗ ਸ਼ਲੋਕ ਦੇ ਅਰਥ ਹਨ ਤੇ ਭੁੱਲ ਚੁੱਕ ਦੀ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਖਿਮਾ ਕਰਨਾ ਵਿੱਚੋਂ ਕੁਝ ਸੈਕਿੰਡਸ ਲਈ ਜਿਹੜਾ ਨੈਟ ਹੈ ਉਹਦੀ ਕੁਝ ਡਿਸਟਰਬੈਂਸ ਆ ਰਹੀ ਸੀ, ਤਾਂ ਖਿਮਾ ਕਰਨਾ। ਖੈਰ ਵੀਰ ਜੀ ਨੇ ਇਸ ਤੁਕ ਦੇ ਸਾਨੂੰ ਅਰਥ ਦੱਸੇ ਨੇ, ਤੋ ਬਿਲਕੁਲ ਠੀਕ ਹੈ ਜਿਵੇਂ ਵੀਰ ਜੀ ਨੇ ਉੱਤਰ ਕਰਕੇ ਦੱਸੇ ਨੇ। ਤੋ ਸਾਨੂੰ ਲੋੜ ਹੈ ਅਰਦਾਸ ਕਰਦੇ ਰਹੀਏ ਵਾਹਿਗੁਰੂ ਜੀ ਦੇ ਚਰਨਾਂ 'ਚ ਕਿ ਸਤਿਗੁਰੂ ਕਿਰਪਾ ਕਰੋ ਕਿ ਸਾਨੂੰ ਵੀ ਆਪਣੇ ਨਾਮ ਸਿਮਰਨ ਦੀ ਦਾਤ ਜਿਹੜੀ ਦਿਓ। ਕਿਉਂਕਿ ਕੋਈ ਵੀ ਕੰਮ ਮਨੁੱਖ ਉਦਮ ਕਰ ਸਕਦਾ ਹੈ, ਪਰੰਤੂ ਸਿਰੇ ਤਾਂ ਹੀ ਚੜ੍ਹੇਗਾ ਜਿਸ ਵੇਲੇ ਨਜ਼ਰੇ ਮਰਹਮਤ ਹੋਏਗੀ ਅਕਾਲ ਪੁਰਖ ਵਾਹਿਗੁਰੂ ਦੀ। ਉਹਦੇ ਲਈ ਸਿੱਖ ਅਰਦਾਸ ਕਰਦਾ ਹੈ। ਇਸ ਲਈ ਅਰਦਾਸ ਸਾਡਾ ਨਿਖੜਵਾਂ ਅੰਗ ਹੈ। ਆਪਾਂ ਹਰ ਸਮੇਂ ਅਰਦਾਸ ਕਰਦੇ ਰਹੀਏ, ਸਤਿਗੁਰੂ ਕਿਰਪਾ ਕਰੋ, ਸਿਮਰਨ ਭਾਵ ਆਪਣੀ ਯਾਦ ਵਿੱਚ ਰੱਖੋ ਤਾਂ ਜੇ ਇਹ ਜਿਹੜਾ ਜੀਵਨ ਹੈ ਇਹ ਸਹੀ ਰਸਤੇ ਤੇ ਚੱਲਦਾ ਹੈ। ਜਗੀਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤਾਂ ਸੰਗਤ ਜੀ ਅਗਲਾ ਜਿਹੜਾ ਸਵਾਲ ਅਸੀਂ ਲੈ ਰਹੇ ਹਾਂ ਉਹ ਵੀ ਗੁਰਬਾਣੀ ਦੀ ਤੁਕ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ। ਤੇ ਇਹਦੇ ਬਾਰੇ ਨਾ ਬਹੁਤ ਸਾਰੀਆਂ ਮਤਲਬ ਵੀ ਕਹਾਣੀਆਂ ਹੀ ਮੈਂ ਕਹਾਂਗਾ ਉਹ ਪ੍ਰਚਲ ਕਰ ਦਿੱਤੀਆਂ ਗਈਆਂ। ਤੋ ਉਸ ਵਿੱਚ ਹੈ ਕੀ ਹੈ, ਕਿਉਂਕਿ ਇਹ ਸਵਾਲ ਕਰਤਾ ਨੇ ਵੀ ਇਹੀ ਪੁੱਛਿਆ ਕਿ ਵੀ ਕਿਹਾ ਜਾਂਦਾ ਬਈ ਇਹ ਜਿਹੜਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਇਹ 4 ਬੰਦਾਂ ਦਾ ਜਿਹੜਾ ਸ਼ਬਦ ਹੈ ਤੇ ਇਹ ਵਿਆਖਿਆਕਾਰ ਕਹਿੰਦੇ ਨੇ ਜੀ ਇਹ 4 ਚਿੱਠੀਆਂ ਨੇ ਜਿਹੜੀਆਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਲਿਖੀਆਂ ਸੀ। ਤੇ ਇਹਦੀ ਬੈਕਗਰਾਉਂਡ ਜਿਹੜੀ ਹੈ ਉਹ ਵੀ ਦੱਸੀ ਜਾਂਦੀ ਹੈ। ਦੇਖੋ ਕੀ ਚੀਜ਼ ਹੈ, ਠੀਕ ਹੈ, ਮਨ ਘੜਤਾ ਦੱਸਣਗੇ ਵੀਰ MP ਸਿੰਘ ਜੀ।
तो आओ ਆਪਾਂ ਸਰਵਣ ਕਰਦੇ ਹਾਂ ਐਮਪੀ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਵੇਂ ਵੀ ਰਾਜਾ ਸਿੰਘ ਜੀ ਨੇ ਦੱਸਿਆ ਹੈ ਕਿ ਇਸ ਸ਼ਬਦ ਦੇ ਨਾਲ ਕਈ ਤਰ੍ਹਾਂ ਦੀਆਂ ਕਹਾਣੀਆਂ ਜੋੜੀਆਂ ਹੋਈਆਂ ਹਨ। ਕਿ ਗੁਰੂ ਅਰਜਨ ਦੇਵ ਜੀ ਨੇ ਪਿਤਾ ਗੁਰੂ ਰਾਮਦਾਸ ਜੀ ਨੂੰ ਚਿੱਠੀਆਂ ਲਿਖੀਆਂ। ਜਿਹੜੇ ਇਹ ਚਾਰ ਪਦੇ ਨੇ, ਇਹ ਚਾਰ ਚਿੱਠੀਆਂ ਦੇ ਰੂਪ ਵਿੱਚ ਇਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਪਰ ਜਿਵੇਂ ਜਦੋਂ ਵੀ ਕਿਤੇ ਗੁਰਬਾਣੀ ਦੀ ਅਰਥ ਭਾਵ ਦੀ ਸਮਝਣ ਦੀ ਗੱਲ ਆਉਂਦੀ ਹੈ, ਅਸੀਂ ਹਮੇਸ਼ਾ ਕਹਿੰਦੇ ਹਾਂ ਪਹਿਲੇ ਰਾਹੋ ਦੇ ਪਦੇ ਦਾ ਅਰਥ ਪੜ੍ਹ ਕੇ ਸਮਝ ਕੇ ਤੇ ਬਾਕੀ ਦੀ ਗੱਲ ਜਿਹੜੀ ਹੈ ਉਸ ਤੋਂ ਬਾਅਦ ਅੱਗੇ ਕਰਨੀ ਚਾਹੀਦੀ ਹੈ। ਉਹ ਇਸ ਸ਼ਬਦ ਵਿੱਚ ਇੱਕ ਹੋਰ ਇੱਕ ਵਿਲੱਖਣ ਗੱਲ ਹੈ ਕਿ ਇਹਦੇ 'ਚ ਇੱਕ ਤੋਂ ਵੱਧ ਰਾਹੋ, ਪਰ ਸਾਰੇ ਜਿਹੜੇ ਰਾਹੋ ਦੀ ਪੰਕਤੀਆਂ ਹਨ ਅਤੇ ਜਿੰਨੇ ਪਦੇ ਹਨ ਉਹਨਾਂ ਸਾਰਿਆਂ ਦੇ ਅੰਦਰ ਪ੍ਰਭੂ ਮਿਲਾਪ ਦੇ ਵਾਸਤੇ ਗੁਰੂ ਦੀ ਜੋ ਇੰਪੋਰਟੈਂਸ ਹੈ ਉਹਦੀ ਗੱਲ ਕੀਤੀ ਗਈ ਹੈ। ਗੁਰਬਾਣੀ ਵਿੱਚ ਇਹ ਭਾਵ ਅਨੇਕਾਂ ਵਾਰੀ ਦ੍ਰਿੜ ਕਰਵਾਇਆ ਗਿਆ ਹੈ ਕਿ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਪ੍ਰਭੂ ਦੀ ਬਖਸ਼ਿਸ਼ ਦੁਆਰਾ। ਪਰ ਗੁਰੂ ਦੇ ਸਿੱਖਿਆ ਦੇ ਰਾਹੀਂ ਹੀ ਪ੍ਰਭੂ ਨਾਲ ਮਿਲਾਪ ਕੀਤਾ ਜਾ ਸਕਦਾ ਹੈ। तो ਇਹ ਦੋਨੋਂ ਚੀਜ਼ਾਂ ਹੀ ਗੁਰਸਿੱਖ ਦੇ ਜੀਵਨ ਵਾਸਤੇ ਆਪਣੀ ਅਹਿਮੀਅਤ ਰੱਖਦੀਆਂ ਹਨ। ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਹੀ ਪੂਰੇ ਸਤਿਗੁਰੂ ਦਾ ਮਿਲਾਪ ਹੁੰਦਾ ਹੈ ਤੇ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਉਸ ਦੀ ਸਿੱਖਿਆ ਨੂੰ ਜੀਵਨ ਵਿੱਚ ਢਾਲ ਕੇ ਪ੍ਰਭੂ ਦੇ ਨੇੜੇ ਹੋਇਆ ਜਾ ਸਕਦਾ, ਪ੍ਰਭੂ ਨਾਲ ਭੇਦ ਹੋਇਆ ਜਾ ਸਕਦਾ। ਇਹੀ ਭਾਵ ਇਸ ਸ਼ਬਦ ਵਿੱਚ ਵੀ ਦਰਸਾਏ ਗਏ ਹਨ। ਪਰ ਭਗਤ ਮਾਲ ਵਾਲੇ ਤੇ ਹੋਰ ਜਿਹੜੇ ਪੁਰਾਣੇ ਵਿਆਖਿਆਕਾਰ ਗੁਰਬਾਣੀ ਦੀ ਵਿਆਖਿਆ ਕਰਦੇ ਹਨ, ਉਹਨਾਂ ਨੇ ਇਸ ਸ਼ਬਦ ਦੇ ਨਾਲ ਇਸ ਤਰੀਕੇ ਦੀ ਕਹਾਣੀ ਜੋੜੀ ਹੋਈ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਬੇਟੇ ਪ੍ਰਿਥੀ ਚੰਦ ਨੂੰ ਪਹਿਲੇ ਕਿਹਾ ਕਿ ਬਿਰਾਦਰੀ ਵਿੱਚ ਕੋਈ ਵਿਆਹ ਦਾ ਫੰਕਸ਼ਨ ਹੈ, ਤੁਸੀਂ ਲਾਹੌਰ ਜਾਣਾ ਹੈ, ਤੁਸੀਂ ਜਾਓ। ਪ੍ਰਿਥੀ ਚੰਦ ਜਿਹੜਾ ਸੀ ਉਹਨੂੰ ਇਹ ਲੱਗਿਆ ਕਿ ਵੀ ਜੇ ਮੈਂ ਕਿਧਰੇ ਕੁਝ ਦਿਨਾਂ ਵਾਸਤੇ ਪਰੇ ਚਲਾ ਗਿਆ ਤੇ ਪਿੱਛੇ ਕਿਧਰੇ ਮੇਰੇ ਤੋਂ ਬਜਾਏ ਕਿਸੇ ਹੋਰ ਨੂੰ ਸਾਹਿਬ ਗੱਦੀ ਦੀ ਜ਼ਿੰਮੇਵਾਰੀ ਨਾ ਦੇ ਦੇਣ, ਜਿੰਨਾ ਵੀ ਮੈਂ ਇੱਥੇ ਰੁਪਏ ਪੈਸੇ ਦਾ ਕੰਟਰੋਲ ਕਰਦਾ ਹਾਂ ਉਹ ਵੀ ਮੇਰੇ ਹੱਥੋਂ ਕਿਤੇ ਖੁਸ਼ ਨਾ ਜਾਏ। ਉਹਨੇ ਨਾ ਕਰ ਦਿੱਤੀ ਕਿ ਮੈਨੂੰ ਤਾਂ ਬੜੇ ਕੰਮ ਨੇ, ਮੈਂ ਨਹੀਂ ਜਾ ਸਕਦਾ। ਦੂਸਰੇ ਬੇਟੇ ਨੂੰ ਕਿਹਾ ਗਿਆ ਮਹਾਦੇਵ ਜੀ ਨੂੰ, ਉਹਨਾਂ ਨੇ ਕਹਿ ਦਿੱਤਾ ਜੀ ਕਿ ਕੋਈ ਮੈਂ ਤਾਂ ਦੁਨੀਆ ਦੇ ਚੱਕਰਾਂ 'ਚ ਪੈਂਦਾ ਹੀ ਨਹੀਂ, ਮੈਂ ਇਹ ਵਿਆਹ ਸ਼ਾਦੀਆਂ ਦੇ ਫੰਕਸ਼ਨ ਨਹੀਂ ਅਟੈਂਡ ਕਰ ਸਕਦਾ। ਉਹਨੇ ਵੀ ਨਾ ਕਰ ਦਿੱਤੀ। ਤਾਂ ਫਿਰ ਸਭ ਤੋਂ ਛੋਟੇ ਬੇਟੇ ਅਰਜਨ ਦੇਵ ਜੀ ਨੂੰ ਕਿਹਾ ਗਿਆ, ਉਹਨਾਂ ਨੇ ਸਤ ਵਚਨ ਕਹਿ ਕੇ ਸਿਰ ਨਿਵਾ ਦਿੱਤਾ ਤੇ ਤਿਆਰ ਹੋ ਗਏ। ਪਰ ਕਹਾਣੀਕਾਰ ਨੇ ਇੱਥੇ ਨਾਲ ਇੱਕ ਟਵਿਸਟ ਹੋਰ ਐਡ ਕਰ ਦਿੱਤਾ ਕਿ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਤੁਸੀਂ ਲਾਹੌਰ ਜਾ ਰਹੇ ਹੋ, ਜਦ ਤੱਕ ਅਸੀਂ ਸੱਦਾ ਨਾ ਭੇਜੀਏ ਤਦ ਤੱਕ ਵਾਪਸ ਨਾ ਆਉਣਾ। ਵਿਆਹ ਦੇ ਵਾਸਤੇ ਭੇਜਿਆ ਜਾ ਰਿਹਾ ਹੈ, ਪਰ ਇਹ ਬੜੀ ਅਜੀਬ ਜਿਹੀ ਕੰਡੀਸ਼ਨ ਨਾਲ ਲਗਾਈ ਜਾ ਰਹੀ ਹੈ ਕਿ ਜਦ ਤੱਕ ਅਸੀਂ ਬੁਲਾਈਏ ਨਾ ਤਦ ਤੱਕ ਵਾਪਸ ਨਾ ਆਏ। तो ये मतलब कि इत्थे कहानीकार की जिहड़ी नीयत है वो पहला तो ही खोट नज़र आ रहा है। जबकि इहो जी किसी गल का कोई मकसद कोई मतलब बनता नहीं है। बच्चे नूं विआह ते भेजिया जा रहा है तो तुसीं कहो कि भी जब तक मैं बुलावां ना वापस ही ना है। तो कहानीकार फिर ये कहता कि भी अर्जन देव जी चले गए, फंक्शन खत्म हो गए, फिर होर भी टाइम लंघ गया, गुरु रामदास जी भुल ही गए कि मैं अर्जन देव जी नूं भेजिया सी ते मैं वापस बुलाना सी। थोड़ी होर है मतलब एक बड़े उच्चे दर्जे की उन्होंने गुरु रामदास पातशाह की समझो सिफत साढ़े सामने कर दी है कि अपने बेटे को लाहौर भेज के गुरु रामदास जी भुल ही गए कि मेरा बेटा लाहौर है, मेरे मिलता नहीं है तो मैं उन्होंने बुलावांगा तो उन्हें आना है। ये गल उन्होंने चेते चो ही विसर गई। तो कहते जी बहुत सारे दिन लंघ गए तो फिर अर्जन देव जी ने एक चिट्ठी लिख के गुरु रामदास जी को भेजी कि मेरा मन लोचे गुरदर्शन ताई बिलप करे चातृप्ति न्याई, त्रिखा ना उतरे शांत ना आवे, बिन दर्शन संत प्यारे जियो हो कोली जियो कोल कमाई गुरदर्शन संत प्यारे जियो। वो कहते हैं जिहड़ा बंदे ने चिट्ठी लैके आया वो चिट्ठी प्रिथी चंद ने ले ली ते उन्हें अपने पास ही रख ली, गुरु रामदास जी ने दिती नहीं। फिर काफ़ी समा लंघ गया, जो कोई जवाब ना मिलिया ते ना ही सुनिया गुरु रामदास जी वालों आया तो अर्जन देव जी ने फिर दूजी चिट्ठी लिखी, वो दूसरा पढ़ाया तेरा मुख सुहावा जियो
तो इस तरीके नाल मैं नहीं ज़्यादा डिटेल ना करा, लंबी हो जाएगी गल। तो ये दूजा पदा उस तरह उच्चारण किया। ਤੇ ਫਿਰ ਵੀ ਕੋਈ ਅਸਰ ਨਹੀਂ ਹੋਇਆ, ਕਿਉਂਕਿ ਉਹ ਚਿੱਠੀ ਵੀ ਪ੍ਰਿਥੀ ਚੰਦ ਨੇ ਸੰਭਾਲ ਲਈ। ਹੁਣ ਜਦੋਂ ਤੀਸਰੀ ਚਿੱਠੀ ਦੀ ਵਾਰੀ ਆਈ ਤੇ ਅਰਜਨ ਦੇਵ ਜੀ ਨੂੰ ਸੋਚ ਆਈ ਕਿ ਕੁਝ ਤੇ ਗੜਬੜ ਹੈ, ਤਾਂ ਉਹਨਾਂ ਨੇ ਐਤਕੀ ਚਿੱਠੀ ਦੇਣ ਵਾਲੇ ਨੂੰ ਤਾਕੀਦ ਕੀਤੀ ਕਿ ਸਿਵਾਏ ਪਿਤਾ ਜੀ ਦੇ ਹੋਰ ਕਿਸੇ ਨੂੰ ਚਿੱਠੀ ਨਹੀਂ ਦੇਣੀ। तो ये तीजा पता लिख के उन्होंने चिट्ठी भेजी। ये चिट्ठी मिली तो गुरु रामदास जी को ध्यान आयो, हो मैं तो पुत्र को भेजा, असं बुलाना ही नहीं याद रहा। तो फिर उन्होंने सदा भेजा कि अर्जन देव जी वापस आ गए। वापस आ गए तो उन्होंने आके गल की कि भाई इन्ना चिर हो गया है, मैं तो नाले चिट्ठी दे पते दिते ना 3 नंबर लिखे। तो गुरु रामदास जी ने पूछा जी कि पहले 2 पते कितने ने, ये 3 नंबर लिखे है। तो उन्होंने कहा कि मैं तो 2 चिट्ठियां अगे भेजिया ने, ਤੁਹਾਨੂੰ ਮਿਲੀਆਂ ਨਹੀਂ। ਉਹਨਾਂ ਨੇ ਪ੍ਰਿਥੀ ਚੰਦ ਨੂੰ ਪੁੱਛਿਆ, ਉਹ ਸਾਫ਼ ਮੁੱਕਰ ਗਿਆ ਕਿ ਮੈਨੂੰ ਤਾਂ ਕੋਈ ਚਿੱਠੀ ਨਹੀਂ ਮਿਲੀ। ਪਰ ਗੁਰੂ ਰਾਮਦਾਸ ਜੀ ਨੇ ਕਹਿੰਦੇ ਜੀ ਉਹਦੀ ਤਲਾਸ਼ੀ ਕਰਵਾਈ ਤੇ ਉਹਦੇ ਬੋਝੇ ਚੋਂ ਨਿਕਲ ਆਈ। ਐਜ਼ ਇਫ ਉਹ ਚਿੱਠੀਆਂ ਹਰ ਵੇਲੇ ਬੋਝੇ 'ਚ ਪਾ ਕੇ ਫਿਰਦਾ ਹੀ ਰਹਿੰਦਾ ਸੀ। ਉਹਨੇ ਕਿਤੇ ਛੁਪਾਈਆਂ ਨਹੀਂ, ਘਰ ਸੰਭਾਲੀਆਂ ਨਹੀਂ, ਉਹ ਹਰ ਵਕਤ ਆਪਣੇ ਕੱਪੜਿਆਂ 'ਚ ਪਾ ਕੇ ਰੱਖਦਾ ਸੀ। ਉਹ ਕਹਾਣੀ ਦੇ ਤੁਸੀਂ ਮਤਲਬ ਵੱਖੋ ਵੱਖਰੇ ਹਿੱਸੇ ਵੇਖੋ ਤੇ ਕਿੰਨੀਆਂ ਕਮਜ਼ੋਰੀਆਂ, ਕਿੰਨੀਆਂ ਮੂਰਖਤਾਵਾਂ ਵਾਲੀ ਗੱਲਾਂ। ਖੈਰ ਉਹ ਜੀ ਚਿੱਠੀਆਂ ਉਹਦੇ ਬੋਝੇ ਚੋਂ ਨਿਕਲ ਆਈਆਂ। ਤੇ ਹੁਣ ਕਹਿੰਦੇ ਜੀ ਪ੍ਰਿਥੀ ਚੰਦ ਨਾ ਚੌੜਾ ਹੋ ਗਿਆ। ਉਹ ਕਹਿੰਦੇ ਨਹੀਂ ਇਹ ਤਾਂ ਮੈਂ ਆਪ ਰਚੀ ਹੈ, ਮੇਰੀ ਰਚਨਾ, ਇਹ ਮੈਂ ਆਪ ਰਚੀ ਹੈ। ਤੇ ਹੁਣ ਫਿਰ ਗੁਰੂ ਰਾਮਦਾਸ ਜੀ ਨੇ ਕਿਹਾ ਅੱਛਾ ਚਲੋ ਜੇ ਤੇਰੀ ਹੈ ਰਚਨਾ ਤੇ ਫਿਰ ਇੰਜ ਕਰ, ਤੂੰ ਇਹਨੇ ਤੀਜਾ ਪਦਾ ਵੀ ਹੋ ਗਿਆ ਤੇ ਚੌਥਾ ਤੂੰ ਰਚਨਾ ਕਰਕੇ ਸੁਣਾ। ਹੁਣ ਪ੍ਰਿਥੀ ਚੰਦ ਨੂੰ ਕੁਝ ਸੁਝੇ ਨਾ, ਤੇ ਫਿਰ ਉਹਨਾਂ ਨੇ ਅਰਜਨ ਦੇਵ ਜੀ ਨੂੰ ਕਿਹਾ ਤੇ ਉਹਨਾਂ ਨੇ ਫਿਰ ਇਹ ਚੌਥਾ ਪਦਾ ਭਾਵ ਗੁਰੂ ਸੰਤ ਮਿਲਾਇਆ ਵਾਲੀ ਗੱਲ, ਇਹ ਵਾਲਾ ਪਦਾ ਉਚਾਰਨ ਕਰ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਗੱਲ ਹੋ ਰਹੀ ਹੋਵੇ ਕਿ ਬਈ ਗੁਰੂ ਦੇ ਨਾਲ ਮਿਲਾਪ ਹੋਇਆ ਤੇ ਉਸ ਖੁਸ਼ੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਚੌਥਾ ਪਦਾ ਉਚਾਰਨ ਕੀਤਾ, ਤਾਂ ਫਿਰ ਤੇ ਗੱਲ ਇਹ ਹੋਣੀ ਚਾਹੀਦੀ ਸੀ ਨਾ ਵੀ ਗੁਰੂ ਦੇ ਨਾਲ ਮਿਲਾਇਆ ਗਿਆ। ਪਰ ਉਹ ਤਾਂ ਕਹਿ ਰਹੇ ਨੇ ਕਿ ਗੁਰੂ ਨੇ ਮੈਨੂੰ ਸੰਤ ਪ੍ਰਭੂ ਮਿਲਾ ਦਿੱਤਾ ਹੈ। ਗੁਰੂ ਨੇ, ਗੁਰੂ ਦੇ ਰਾਰੇ ਨੂੰ ਸਿਆਰੀ ਹੈ ਤੇ ਗੁਰੂ ਨੇ ਸੰਤ ਨਾਲ ਮਿਲਾਪ ਕਰਾਇਆ। ਸੰਤ ਲਫ਼ਜ਼ ਪਰਮੇਸ਼ਰ ਵਾਸਤੇ ਹੈ। ਪ੍ਰਭ ਅਬਨਾਸ਼ੀ ਘਰ ਮੈਂ ਪਾਇਆ, ਅਗਲੀ ਪੰਕਤੀ ਹੋਰ ਇਸ ਗੱਲ ਨੂੰ ਸਪਸ਼ਟ ਕਰ ਦਿੰਦੀ ਹੈ। चौथे पदे च गल हो रही है कि प्रभ विनाशी घर में पाया। हुण विलाप गुरु नाल होया है ते गल प्रभ विनाशी दी हो रही है, तो कहानी किधरे भी जुड़ती नहीं। तो ये बे सिर पैर की कहानी जिहदा इस शब्द दे नाल बिल्कुल ही दूर नेड़े का संबंध नहीं है। शब्द केवल ते केवल इस भाव नूं स्पष्ट करता है कि प्रभु मिलाप दे वास्ते गुरु की सिक्ख्या बहुत अहम है। उस तो बिना परमात्मा दे दीदार या परमात्मा दे नाल प्यार की जो गंढ है वो नहीं पै सकती। इस करके गुरु तो कुर्बान जांदा हाँ, हो खोली जियो कोल कमाई गुरदर्शन संत प्यारे जियो। दूसरे राव दे विच भी कहंदे हन कि हो खोली जियो कोल कमाई ते सच्चे गुर दरबारे जी। गुरु दे दरबार, गुरु की संगत की गल कर रहे हैं तीसरे पदे च। दूसरे च कह रहे हैं धन सो देस जहाँ तू वसिया मेरे सज्जन मीत मुरारे जियो, हो खोली हो गोल कमाई गुरु सज्जन मीत मुरारे जी। पहले में सीगा गुरदर्शन संत प्यारे जी। सारी सिफत गुरु की हो रही है। तो अंतले पदे दे विच भी फिर वो कहते हैं कि दास नानक तां तुहाडे तो कुर्बान जांदा है, क्योंकि तुहाडी बख्शिश दा सदका ही मैनूं प्रभु अपने हृदय रूपी घर विच प्रभु दा मिलाप हासिल होया। तो ये शब्द का जो भाव है ये वही भाव है जो गुरबाणी में होर अनेकों शब्दों के दृढ़ करवाया गया है कि गुरु की सिक्ख्या द्वारा ही प्रभु के नाल मिलाप हासिल हो सकता है। गुरु की जिंदगी के बहुत अहमियत है। गुरु के उपदेश तो बिना, गुरु की सिक्ख्या तो बिना प्रभु का मिलाप संभव नहीं है। तो इतने ही दर्शन प्रवान करने जी। वाहिगुरू जी का खालसा, वाहिगुरू जी की फतेह। संगत जी ये शब्द भी जिहड़ा है ये समा मंगदा है इहनूं पूरा एक्सप्लेन करने लई। पर वीर जी ने बड़े ब्रीफ लफ्ज़ां जिहड़ी सवालकर्ता दा सवाल है कि ये चिट्ठियां गुरु साहब ने लिखियां या बाणी। तो देखो जिवें वीर जी ने दस्सिया है, असल जिहड़े साडे कथाकार हुंदे ने, व्याख्याकार ना जी, उन्हां च ये एक गुण है या कि मैं गुण भी नहीं कह सकदा कि वो कन रस नूं बड़ा महत्व दिंदे ने। देखो कोई घटना सुनानी, संगत का ध्यान इकट्ठा करने लई कोई एक अद्धी गल सुना देनी, वो भी जे गुरमत के अनुसार होवे तां उहदे च कोई हर्ज नहीं। परंतु कई बारी साडे व्याख्याकार भी बहुत सारियां जिहड़ियां ने ना वो उदाहरणां जिहड़ियां दिंदे ने ते ओहदा बहुत सारा समा उदाहरणां ते लग जांदा। देखो आपो अपनी नज़रिया है
मैं समझना कि सानू ज्यादा फोकस जिहड़ा है वो गुरबाणी नूं समझण ते होना चाहिए। हाँ ठीक है, उन्हें समझाउण लई कोई घटना दा वेरवा आ जाए, कुछ आ जाए, पर जिथे गल्लां बिल्कुल मनमत दियां होण, जिवें इस व्याख्या च आम तौर ते सुनन च तुहानूं भी मिली होनी है, मैं भी कई थां ते कई वारी सुनी है कि लो जी ਇਹ चिट्ठी पाई, दूजी पाई, तीजी पाई। तो मतलब जिवें आम दुनियादार हुंदे ने उस तरह गुरु साहब नूं अपने तल ते लिया के लोकी गल्लां करदे ने। तो सानू, मैं बार बार कह रही हाँ, पिछले सवालों च भी यही आया कि सानू जागरूक होने की लोड़ है। गुरबाणी जिहड़ी है बहुत कीमती है, ते जिहड़ी चीज़ कीमती होवे ते रल गड़ ते कीमती चीज़ च हुंदा, माड़ी चीज़ ते कोई भी हुंदा, पर कीमती चीज़ दा जिहड़ा मालक है, जिहड़ा ओहदा पहरेदार है, उहनूं बड़ा ज़्यादा चेतन होना पैंदा। तो साडे कोल गुरबाणी दा खजाना बड़ा कीमती है, पर सानू हरेक सिख नूं चेतन होने की लोड़ है कि कोई गड़बड़ ना करे। ਤੇ ਉਹ ਤਾਂ ਹੀ ਹੋਵੇਗਾ ਜੇ ਸਾਨੂੰ ਆਪ ਗੁਰਬਾਣੀ ਦੀ ਕੋਈ ਸਮਝ ਹੋਵੇ। ਤੋ ਸਤਿਗੁਰੂ ਕਿਰਪਾ ਕਰਨ ਅਸੀਂ ਸਹੀ ਰਸਤੇ ਤੇ ਚੱਲੀਏ ਤੇ ਫਿਰ ਇਹਨਾਂ ਚੀਜ਼ਾਂ ਦਾ ਸਾਨੂੰ ਅਸਰ ਨਾ ਹੋਵੇ ਜਿਹੜੀਆਂ ਰਲਗੱਡ ਕਰਦੀਆਂ। ਐਮਪੀ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ। ਸੰਗਤ ਜੀ ਸਮਾਂ ਦੌੜਦਾ ਜਾ ਰਿਹਾ, ਸਵਾਲ ਸਾਡੇ ਕੋਲ ਹੋਰ ਵੀ ਹਨ। ਤੋ ਹੁਣ ਮੈਂ ਡਾਕਟਰ ਤੇਜਿੰਦਰ ਸਿੰਘ ਨੂੰ ਬੇਨਤੀ ਕਰਨ ਲੱਗਾ। ਸਵਾਲ ਹੈ, ਸਵਾਲ ਕਰਤਾ ਨੇ ਪੁੱਛਿਆ ਵੀ 12ਵਾਂ ਬਾਣੀਆਂ ਜਿਹੜੀਆਂ ਦੋ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਤੁਖਾਰੀ ਰਾਗ ਵਿੱਚ, ਇੱਕ ਮਾਝ ਰਾਗ, ਤੇ ਇਹਨਾਂ ਚ ਜਿਹੜੇ ਮਹੀਨਿਆਂ ਦੇ ਨਾਮ ਆਉਂਦੇ ਨੇ, ਚੇਤ, ਵਿਸਾਖ, ਜੇਠ, ਹਾੜ, ਵੀ ਆਇਆ ਇਹ ਸਾਹਿਤਕ ਵੰਨਗੀ ਹੈ ਜਾਂ ਜਿਹੜੀ ਉਸ ਪਦੇ ਵਿੱਚ ਦਿੱਤੀ ਸਿੱਖਿਆ ਉਹਦਾ ਸੰਬੰਧ ਜਿਹੜਾ ਉਸ ਖਾਸ ਮਹੀਨਿਆਂ ਦੇ ਨਾਲ? ਇਹ ਸਵਾਲ ਕਰਤਾ ਨੇ ਪੁੱਛਿਆ, ਔਰ ਇਹ ਬੜਾ ਅਹਿਮ ਸਵਾਲ ਹੈ, ਕਿਉਂਕਿ ਸੰਗਰਾਂਦ ਵਾਲੇ ਦਿਨ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਵਿੱਚ ਲੋਕੀ ਬਹੁਤ ਸਾਰੇ ਇਹ ਕਹਿੰਦੇ ਸੁਣਨ ਜਾਂਦੇ ਮਹੀਨੇ ਦਾ ਨਾਮ ਸੁਣਨਾ ਹੈ, ਮਤਲਬ ਉਹਨਾਂ ਗੁਰੂ ਦੀ ਸਿੱਖਿਆ ਨਹੀਂ, ਮਹੀਨੇ ਦਾ ਨਾਮ ਸੁਣਨਾ ਹੈ। तो ये सवाल करता था भी जिहड़ा ये तौखला है वो बड़ा सच्चा है। तो मैं बेनती कर रहा वीर जी, डॉक्टर साहब आओ जरा दसो कि ये साहित्यक वनगी है या हरेक महीने दे नाल ही ओहदा कोई संबंध? हाँ जी डॉक्टर साहब अनम्यूट कर लो जी। ਵਾਹਿਗੁਰੂ ਜੀ ਕਾ ਖਾਲਸਾ, वाहिगुरू ਵਾਹਿਗੁਰੂ जी ਜੀ ਕੀ ਫਤਿਹ। ਦਰਅਸਲ ਜਦੋਂ 12 ਮਾਹ ਦਾ ਉਚਾਰਨ ਅਸੀਂ ਸੁਣਦੇ ਹਾਂ ਤੇ ਮਹੀਨਿਆਂ ਦਾ ਜ਼ਿਕਰ ਸਾਡੇ ਕੰਨਾਂ 'ਚ ਪੈਂਦਾ ਹੈ, ਉਹ ਮਹੀਨਿਆਂ ਦੇ ਨਾਲ ਮੌਸਮਾਂ ਦਾ ਜ਼ਿਕਰ ਕੰਨਾਂ 'ਚ ਪੈਂਦਾ ਹੈ, ਤੇ ਸੰਗਤ ਨੂੰ ਅਣਜਾਣੇ ਪੁਣੇ ਦੇ ਵਿੱਚ ਇਹ ਭੁਲੇਖਾ ਲੱਗਦਾ ਹੈ ਕਿ ਇਹ ਕੁਝ ਮਹੀਨਿਆਂ ਵਾਰੀ ਸਾਨੂੰ ਸਮੱਤ ਬਖਸ਼ੀ ਗਈ। ਪਰ ਜੇ ਸਾਹਿਤ ਦੀ ਗੱਲ ਕਰੀਏ, ਸਾਹਿਤ ਮੁੱਖ ਦੋ ਤਰ੍ਹਾਂ ਦਾ ਹੁੰਦਾ ਹੈ, ਵਾਰਤਕ ਰਚਨਾ ਤੇ ਕਾਵ ਰਚਨਾ, ਜਿਹਨੂੰ ਅਸੀਂ ਲੋਕ ਗੀਤ ਜਾਂ ਲੋਕ ਕਾਵਿ ਕਹਿੰਦੇ ਹਾਂ। ਜੇ ਅਸੀਂ ਆਪਣੇ ਦੇਸ਼ ਦੇ ਪੁਰਾਤਨ ਸਾਹਿਤ ਵੱਲ ਝਾਤ ਮਾਰੀਏ ਤਾਂ ਵਧੇਰੇ ਜੀਵਨ ਦੀਆਂ ਵੱਖ-ਵੱਖ ਝਾਕੀਆਂ ਨਾਲ ਜੁੜਿਆ ਨਜ਼ਰ ਆਵੇਗਾ, ਜਿਵੇਂ ਘੋੜੀਆਂ, ਸਿੱਠਣੀਆਂ, ਗਿੱਧਾ, ਲਾਵਾਂ, ਸੁਹਾਗ, ਅਲਾਹਣੀਆਂ, ਵਾਰਾਂ, 12 ਮਾਹ। ਇਹ ਸਾਰੀਆਂ ਸਾਹਿਤਕ ਰਚਨਾਵਾਂ ਜਿਹੜੀਆਂ ਉਹ ਪ੍ਰਚਲਿਤ ਨੇ। ਇਵੇਂ ਰੁੱਤਾਂ ਦੇ ਬਦਲਣ ਤੇ ਵੀ ਨਵੀਆਂ ਰੁੱਤਾਂ ਦੇ ਨਵੇਂ-ਨਵੇਂ ਲੋਕ ਗੀਤ ਜਾਂ ਲੋਕ ਕਾਵ ਗਾਏ ਜਾਣ ਦਾ ਰਿਵਾਜ ਸੀ। ਵਾਰਤਕ ਰਚਨਾ ਵਿੱਚ ਸਧਾਰਨ ਲੋਕਾਂ ਦੀ ਰੁਚੀ ਘੱਟ ਹੁੰਦੀ ਹੈ, ਇਸ ਲਈ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਕਾਵ ਰਚਨਾ ਵਿੱਚ ਬਖਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਨੇ ਫੋਕਟ ਲੋਕ ਕਾਵ ਤੋਂ ਬਦਲ ਕੇ ਗੁਰਬਾਣੀ ਨੂੰ ਰੂਹਾਨੀ ਲੋਕ ਕਾਵ ਦਾ ਰੂਪ ਦਿੱਤਾ, ਤਾਂ ਜੋ ਜੀਵਨ ਦੀਆਂ ਕੀਮਤੀ ਘੜੀਆਂ ਹਰ ਜਸ ਗਾਇਨ ਕਰਕੇ ਪ੍ਰਭੂ ਪ੍ਰੀਤ ਵਿੱਚ ਲੇਖੇ ਲਈਆਂ ਜਾ ਸਕਣ। ਗੁਰੂ ਗ੍ਰੰਥ ਸਾਹਿਬ ਵਿੱਚ ਲੋਕ ਕਾਵ ਵਿੱਚੋਂ ਵਾਰਾਂ ਦਾ ਰੂਪ ਹੋਰ ਕਿਸੇ ਰੂਪ ਵਿੱਚ ਬਹੁਤ ਰਚਨਾ ਵਿੱਚ ਨਹੀਂ ਮਿਲਦਾ, ਪਰ ਸਮੇਂ ਨਾਲ ਸੰਬੰਧਿਤ ਰਚਨਾਵਾਂ ਜਿਵੇਂ ਪਹਿਰੇ, ਦਿਨ ਰਹਿਣ, ਤਿੱਤੀ, ਸਤਵਾਰੇ, ਰੁੱਤਾਂ, 12 ਮਾਹ ਆਦਿ, ਇਹ ਸਭ ਕਾਵ ਰੂਪ ਵਾਰਾਂ ਤੋਂ ਵੱਖਰੇ ਹਨ। ਇਹ ਸਮੇਂ ਨਾਲ ਜੁੜੀਆਂ ਰਚਨਾਵਾਂ ਕੁਝ ਪ੍ਰਸਿੱਧ ਵੰਨਗੀਆਂ ਹਨ ਜੋ ਗੁਰਬਾਣੀ ਵਿੱਚ ਸੁਭਾਏਮਾਨ ਹਨ। ਮੈਂ ਰਿਪੀਟ ਕਰਾਂ, ਇਹ ਸਮੇਂ ਨਾਲ ਜੁੜੀਆਂ ਰਚਨਾਵਾਂ ਕੁਝ ਪ੍ਰਸਿੱਧ ਵੰਨਗੀਆਂ ਹਨ ਜੋ ਗੁਰਬਾਣੀ ਵਿੱਚ ਸੁਭਾਏਮਾਨ ਹਨ। 12 ਮਾਹ ਦੀ ਰਚਨਾ ਜੀਵ ਇਸਤਰੀ ਦੇ ਵਿਆਕੁਲਤਾ ਵਿੱਚ ਵਿਚਰਨ ਤੋਂ ਪਤੀ ਭਾਵ ਪਰਮੇਸ਼ਰ ਤੱਕ ਪਹੁੰਚਣ ਤੱਕ ਦਾ ਪੰਧ ਵਰਣਨ ਕਰਦੀਆਂ ਹਨ। ਮੌਸਮ ਦੀ ਤਬਦੀਲੀ, ਗਰਮੀ ਤੋਂ ਬਰਸਾਤ, ਫਿਰ ਸਰਦੀ, ਫਿਰ ਬਹਾਰ ਤੇ ਵਾਤਾਵਰਣ ਵਿੱਚੋਂ ਕੁਰਲਾਉਂਦੀ ਜੀਵ ਇਸਤਰੀ ਨੂੰ ਸਭ ਸ਼ਿੰਗਾਰ ਮਨ ਨੂੰ ਆਨੰਦ ਤੋਂ ਸਖਣੇ ਲੱਗਦੇ ਹਨ। ਜਦ ਤੱਕ ਸੁਹਾਗ ਪ੍ਰਭੂ ਦੀ ਪ੍ਰਾਪਤੀ ਦਾ ਅਹਿਸਾਸ ਨਹੀਂ ਮਿਲਦਾ, ਆਨੰਦਚਿਤ ਨਹੀਂ ਹੁੰਦੀ। ਇਸਤਰੀ ਦੀ ਇਹ ਵਿਆਕੁਲਤਾ ਦੀਆਂ ਘੜੀਆਂ 12 ਮਹੀਨਿਆਂ ਵਿੱਚ ਬਦਲਦੇ ਮੌਸਮ ਅਨੁਸਾਰ ਬੀਤਦੀਆਂ ਵਰਣਨ ਕੀਤੀਆਂ ਗਈਆਂ। ਹੁਣ ਆਓ ਸਾਡੇ ਅੱਜ ਦੇ ਪਰਮਾਂ ਵੱਲ ਕਿ ਮਹੀਨਾ ਬਦਲਦਾ ਹੈ ਤਾਂ ਸੰਗਰਾਂਦ ਦਾ ਸ਼ੁਭ ਦਿਹਾੜਾ ਆਉਂਦਾ ਹੈ, ਜਦੋਂ ਅਸੀਂ ਨਵੇਂ ਮਹੀਨੇ ਅੰਦਰ ਸੁਖ ਸ਼ਾਂਤੀ ਦੀ ਅਰਦਾਸ ਕਰਨੀ ਹੁੰਦੀ। ਸੰਗਰਾਂਦ ਸ਼ਬਦ ਸੰਸਕ੍ਰਿਤ ਸ਼ਬਦ ਦੇ ਸੰਕ੍ਰਾਂਤੀ ਦਾ ਵਿਗੜਿਆ ਰੂਪ।
ਸੰਕ੍ਰਾਂਤੀ ਤੋਂ ਭਾਵ ਹੈ ਸੂਰਜ ਦਾ ਇੱਕ ਰਾਸ ਤੋਂ ਦੂਜੀ ਰਾਸ ਵੱਲ ਜਾਣਾ। ਸੂਰਜ ਦੇ ਪੁਜਾਰੀਆਂ ਵਾਸਤੇ ਇਹ ਸ਼ਗਨ ਜਾਂ ਸ਼ੁਭ ਹੁੰਦਾ ਹੈ। ਅਸੀਂ ਸੂਰਜ ਦੇ ਉਪਾਸਕ ਨਹੀਂ। ਸਾਨੂੰ ਸੂਰਜ, ਗ੍ਰਹਿ, ਚੰਦ, ਨਛੱਤਰ, ਤਿਥ, ਵਾਰ, ਰੁੱਤਾਂ, ਮਹੀਨੇ, ਦਿਨ ਆਦਿ ਕੋਈ ਸ਼ੁਭ ਅਸ਼ੁਭ ਨਹੀਂ। ਇਹਨਾਂ ਬੰਦਸ਼ਾਂ ਤੋਂ ਗੁਰਸਿੱਖ ਆਜ਼ਾਦ ਹੈ। ਮਹਾ ਦਿਵਸ ਮਹੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ। ਸਤਿਗੁਰ ਬਾਝੋ ਅੰਧ ਗੁਬਾਰ, ਤਿੱਤੀ ਵਾਰ ਸੇਵੈ ਮੁਗਧ ਗਵਾਰ। ਸੋਈ ਦਿਵਸ ਭਾਲਾ ਮੇਰੇ ਭਾਈ, ਹਰ ਗੁਣ ਗਾਏ ਪਰਮ ਗਤ ਪਾਈ। ਗੁਰਬਾਣੀ ਵਿੱਚ ਅਨੇਕ ਥਾਂ ਤੇ ਸਾਨੂੰ ਤਿਥਾਵਾਰਾਂ ਤੋਂ, ਦਿਨਾਂ ਤੋਂ, ਚੰਗੇ ਮਾੜਿਆਂ ਤੋਂ, ਵੱਡੇ ਛੋਟਿਆਂ ਤੋਂ ਡਿਕਲੇਅਰ ਕਰਨ ਤੋਂ ਮਨਾ ਕੀਤਾ ਗਿਆ ਹੈ। ਪਰਮੇਸ਼ਵਰ ਦੀ ਬੰਦਗੀ ਨਾਲ ਜੋੜਿਆ ਗਿਆ ਹੈ। ਇਸ ਕਰਕੇ ਜਿਵੇਂ ਪਹਿਲੇ ਵੀ ਦੱਸਿਆ ਹੈ ਕਿ ਇਸ ਸਮੇਂ ਦੀਆਂ ਜੁੜੀਆਂ ਰਚਨਾਵਾਂ ਕੁਝ ਬਣ ਗਈਆਂ ਹਨ ਜੋ ਗੁਰਬਾਣੀ ਵਿੱਚ ਸਵਾਇਮਾਨ ਹਨ। ਆਸ ਹੈ ਇਸ ਵਿਆਖਿਆ ਤੋਂ 12 ਮਾਹ ਦੇ ਸਾਹਿਤਕ ਵੰਨਗੀਆਂ ਹੋਣ ਦੀ ਪੁਸ਼ਟੀ ਹੋ ਗਈ ਹੋਏਗੀ ਜੀ। ਭੁਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ। ਤੇ ਡਾਕਟਰ ਸਾਹਿਬ ਨੇ ਬੜਾ ਸਪਸ਼ਟ ਸਾਨੂੰ ਸਮਝਾ ਦਿੱਤਾ ਹੈ ਕਿ ਇਹ ਸਾਹਿਤਕ ਵੰਨਗੀ ਹੈ, ਉਸ ਦੇ ਪਰਟੀਕੂਲਰ ਮਹੀਨੇ ਨਾਲ ਜਾਂ ਉਸ ਦਿਨ ਨਾਲ ਕੋਈ ਸੰਬੰਧ ਨਹੀਂ। ਪਰ ਸੰਗਤ ਜੀ ਗੱਲ ਇਹ ਹੈ ਕਿ ਜਿਹੜੇ ਕਥਾਕਾਰ ਨੇ ਬਹੁ ਗਿਣਤੀ, ਮੈਂ ਖੁਦ ਤੁਸੀਂ ਵੀ ਸੁਣਿਆ ਹੋਣਾ, ਉਹ ਬਿਲਕੁਲ ਇਹੀ ਜਿਹੜੀ ਗੱਲ ਡਾਕਟਰ ਸਾਹਿਬ ਨੇ ਕਹੀ ਸਾਹਿਤਕ ਵੰਨਗੀ ਵਾਲੀ ਨਾਲ ਦੱਸ ਦੇਣ ਤੇ ਬੜੀ ਚੰਗੀ ਗੱਲ ਹੈ, ਪਰ ਕੋਈ ਨਹੀਂ ਦੱਸਦੇ। ਉਹ ਤਾਂ ਰਾਦਰ ਇਹੀ ਕਹਿਣਗੇ ਜੀ ਹਾਂ ਜੀ ਮਹਾਰਾਜ ਦਾ ਹੁਕਮ ਹੈ ਵਿਸਾਖ ਮਹੀਨੇ 'ਚ ਕਰੀਏ। ਮੈਂ ਕਈ ਵਾਰ ਸਵਾਲ ਕਰਦਾ ਹੁੰਦਾ ਵੀ ਜਿਹੜੀ ਗੱਲ ਵਿਸਾਖ ਵਿੱਚ ਕਰਨੀ ਗੁਰੂ ਸਾਹਿਬ ਨੇ ਕਿਹਾ ਤੇ ਉਹ ਜੇਠ 'ਚ ਬੰਦ ਕਰ ਦੇਣੀ ਵਿਸਾਖ ਤੋਂ ਬਾਅਦ। ਪਰ ਕਰੀਏ ਕਿ ਜਿਹੜੇ ਪ੍ਰਬੰਧਕ ਜਨ ਨੇ ਉਹ ਵੀ ਇਸ ਸੰਗਰਾਂਦ ਵਾਲੇ ਦਿਨ ਨੂੰ ਇੰਨਾ ਜ਼ਿਆਦਾ ਮਹੱਤਵ ਦਿੰਦੇ ਨੇ ਕਿ ਸੰਗਤਾਂ ਦੇ ਮਨ ਵਿੱਚ ਆਉਣਾ ਲਾਜ਼ਮੀ ਹੈ ਕਿ ਇਹ ਦਿਨ ਖਾਸ ਹੈ। ਜਦ ਕਿ ਉਸੇ ਬਾਣੀ 'ਚ ਆਪਾਂ ਨੂੰ ਪਤਾ ਮਹਾਦਿਵਸ ਮੂਰਤ ਭਲੇ, ਜਿਸ ਕੋ ਨਜ਼ਰ ਕਰੇ, ਨਾਨਕ ਮੰਗੇ ਦਰਸ਼ਦਾਨ, ਕਿਰਪਾ ਕਰੋ ਹਰੇ। ਉਧਰ ਅਸੀਂ ਸੁਣ ਜਾਂਦੇ ਹਾਂ ਤੇ ਕਦੀ ਰੁਕ ਕੇ ਸੋਚਿਆ ਨਹੀਂ। ਪ੍ਰਬੰਧਕ ਕਹਿਣਗੇ ਜੀ ਅੱਜ ਬੜਾ ਸੰਗਰਾਂਦ ਦਾ ਸ਼ੁਭ ਦਿਨ ਹੈ ਜੀ, ਹਾਂਜੀ, ਤੇ ਉਚੇਚੇ ਤੌਰ ਤੇ ਕੀਤੀ ਜਾਂਦੀ ਅਰਦਾਸ। ਸ਼ੁਭ ਦਿਨ ਤੇ ਸਾਰੇ ਹੀ ਨਹੀਂ। ਸੋਈ ਦਿਵਸ ਨਾਨਕ ਸੋਈ ਦਿਵਸ ਸੁਹਾਗਾ, ਜਿਤ ਪ੍ਰਭਾਵੇ ਚਿਤ। ਤੇ ਪਰ ਇਹ ਗੱਲਾਂ ਜਿਹੜੀਆਂ ਨੇ ਇਹ ਦੱਸਣ ਦੀਆਂ ਲੋੜ ਨੇ। ਪਰ ਗੱਲ ਇਹ ਹੈ ਵੀ ਜੇ ਸਾਨੂੰ ਸਮਝ ਵੀ ਹੋਵੇ ਪਰ ਸਾਡਾ ਆਲਾ ਦੁਆਲਾ ਉਹੋ ਜਿਹਾ ਹੋਵੇ ਤਾਂ ਸਾਡੇ ਤੇ ਲਗਾਤਾਰ ਪ੍ਰਭਾਵ ਪੈਂਦਾ ਹੈ। ਤਕਰੀਬਨ ਹਰ ਗੁਰਦੁਆਰੇ ਦੇ ਵਿੱਚ ਸੰਗਰਾਂਦ ਵਾਲੇ ਦਿਨ ਬੜਾ ਮਤਲਬ ਵੀ ਜ਼ਿਆਦਾ ਜਿਹੜਾ ਉਹ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ। ਕਿਉਂ ਨਹੀਂ ਹਰ ਰੋਜ਼ ਮਨਾਇਆ ਜਾਂਦਾ? ਤੋ ਖੈਰ ਕਿਰਪਾ ਕਰੇ ਸਤਿਗੁਰੂ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਆਵੇ। ਪਰ ਗੱਲ ਇਹ ਆ ਵੀ ਜੋ ਮੈਨੂੰ ਤਜਰਬਾ ਹੈ ਪਿਛਲੇ 5, 10, 15 ਸਾਲਾਂ ਤੋਂ ਨਾ, ਸੰਗਰਾਂਦ ਪਹਿਲੇ ਉਨੀ ਜ਼ਿਆਦਾ ਨਹੀਂ ਸੀ ਧੂਮ-ਧਾਮ ਨਾਲ ਮਨਾਈ ਜਾਂਦੀ ਜਿੰਨੀ ਹੁਣ। ਬਹੁਤ ਸਾਰੇ ਗੁਰਦੁਆਰਿਆਂ 'ਚ ਸੰਗਰਾਂਦ ਵਾਲੇ ਦਿਨ ਰਾਤ ਦਾ ਵੀ ਦੀਵਾਨ ਰੱਖਿਆ ਜਾਂਦਾ ਉਚੇਚੇ ਤੌਰ ਤੇ ਵੀ ਸੰਗਰਾਂਦ ਦਾ ਦਿਨ। ਉਹ ਤੇ ਹੋਰ ਜ਼ਿਆਦਾ ਮਤਲਬ ਹੋ ਗਈ। ਕਿਸ ਦਿਨ ਸੰਗਤਾਂ ਨੂੰ ਦੱਸਾਂਗੇ, ਪ੍ਰਬੰਧਕ ਦੱਸਣਗੇ ਕਿ ਗੁਰੂ ਮਹਾਰਾਜ ਦੀ ਬਾਣੀ ਤਾਂ ਕੀ ਕਹਿੰਦੀ ਹੈ। ਸੋ ਖੈਰ ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇਕੱਲੇ ਨੂੰ ਚੇਤਨ ਹੋਣ ਦੀ ਲੋੜ ਹੈ ਤੇ ਜਿਹੜੇ ਸਾਨੂੰ ਸਾਡੇ ਸੰਪਰਕ 'ਚ ਆਉਂਦੇ ਨੇ ਉਹਨਾਂ ਨੂੰ ਚੇਤਨ ਕਰਨ ਦੀ ਲੋੜ। ਤੋ ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ ਜਿਹੜਾ ਇੱਕ ਸਵਾਲ ਸਾਡਾ ਰਹਿ ਗਿਆ ਉਹ ਖਿਮਾ ਕਰਨਾ, ਹੁਣ ਸਮਾਂ ਨਹੀਂ ਹੈ, ਉਹ ਨਹੀਂ ਲਿਆ ਜਾ ਸਕਦਾ। ਮੈਂ ਤੁਹਾਡੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਵੀਰ ਹਰਜੀਤ ਸਿੰਘ ਜੀ ਰਿਕਾਰਡਿੰਗ ਭਾਵੇਂ ਬੰਦ ਕਰ ਦਿਓ। ਤੋ ਸੰਗਤ ਜੀ